नमस्कार, सत श्री अकाल, आदाब। हाजिर हूँ एक बार फिर अपने प्रोग्राम जन्म कुंडली के साथ आपके अपने चैनल MATV 793 पर। प्रोग्राम का आगाज़ हमेशा की तरह हम आपकी कॉल लेते हुए ही करेंगे। आपकी कॉल का इंतज़ार रहेगा। प्रोग्राम में भाग लेना चाहते हैं, नंबर है आपकी स्क्रीन के ऊपर। इस नंबर को डायल कर आप मेरे साथ बात कर सकते हैं। जो भी आपकी समस्या है, जो भी आपका सवाल है, जन्म कुंडली के माध्यम से उसे देखने की, परखने की, सुलझाने की कोशिश की जाएगी। उसके लिए जो भी कारगर उपाय होगा, जो आपके लिए सहायक सिद्ध हो सकता है, उसको आपको सुलझाने की कोशिश की जाएगी। हल्के फुल्के माहौल में हमेशा की तरह हम आपसे बात करेंगे। किसी भी चीज़ को आपके ऊपर फोर्सली उसको एडवाइस आपके ऊपर नहीं अप्लाई किया जाएगा। ये आपकी इच्छा है, आप उस चीज़ से कितने राब्ता करते हैं, कितना उसको अंडरस्टैंड करते हैं, कौन सी चीज़ें आपके लिए लाभप्रद हो सकती हैं, उसको आपको साथ ही साथ देखना होगा। सेहत के मामले में हमेशा ही कहता हूँ भाई, हेल्थ इश्यूज़ हमारी ज़िंदगी का अभिन्न अंग है। जीवन है तो हेल्थ के इश्यूज़ भी रहेंगे। कोई भी हेल्थ इशू है, कोई भी मेडिकल इशू आपके साथ है, तो आप अपने GP साहब से, डॉक्टर साहब से राब्ता करें, परामर्श करें, उनसे सलाह मशवरा करें, उन्हें बताएं अपनी तकलीफ़। वो आपको उस हिसाब से जो भी दवाई दारू है वो देंगे, जिसको आपको ग्रहण करना ही श्रेष्ठकर है। अन्यथा किसी भी भ्रम में आप रहेंगे तो अपना समय आप ख़राब करेंगे और अपनी हेल्थ के लिए कहीं ना कहीं और मुश्किल बढ़ा लेंगे। इस चीज़ का आपने ध्यान रखना है। कानून के बारे में हमेशा मैं आपसे कहता हूँ, कानूनी समस्याएं भी हमारे जीवन का अंग हैं, या ये कहें कि हमारे जीवन के हर अंग में कोई ना कोई त्रुटि, कोई ना कोई जो तकलीफ़ है, दिक्कत है, वो बनी ही रहती है। हमें उसको समय समय पे देखना होता है। हमारे साथ जुड़े हैं पहले कर, उनसे बात करेंगे। हेलो जी। सत श्री अकाल जी। सत श्री अकाल जी। ਕੀ ਹਾਲ ਚਾਲ ਹੈ ਜੀ? बहुत बढ़िया जी, सुनाओ। ਬਸ ਠੀਕ ਠਾਕ ਜੀ। ਡੇਟ ਆਫ ਬਰਥ ਦਵਾਂ ਜੀ ਤੁਹਾਨੂੰ? जी जरूर जी। 30/6/1985। 30/6। ਹਾਂਜੀ 30/6/1985। ਹਾਂਜੀ ਹਾਂਜੀ। ओके। टाइम? ਟਾਈਮ 8:32 ਦਾ ਸ਼ਾਮ ਦਾ ਜੀ। 30/6/1985 8:32 ਸ਼ਾਮ ਦਾ। ਹਾਂਜੀ ਹਾਂਜੀ। ਜਨਮ ਕਿਹੜੀ ਜਗ੍ਹਾ? ਜਲੰਧਰ ਦਾ ਜੀ। ਇੰਡੀਆ ਜਲੰਧਰ। ਓਕੇ। ਇਹ ਨਾਂ ਵੀ ਦੱਸ ਦਿਓ, ਪਹਿਲਾ ਅੱਖਰ ਦੇ ਦਿਓ, ਜੋ ਵੀ ਕਰ ਸਕਦੇ ਹੋ। ਹਾਂਜੀ। ए। ओके। लड़का लड़की? ਲੜਕਾ ਜੀ। ओके। ए तो ना शुरू ਹੁੰਦਾ 30 ਜੂਨ 1985 ਰਾਤ ਦੇ 8:30 ਵਜੇ ਅਪਰੋਕਸੀਮੇਟਲੀ। ਤੁਸੀਂ ਕਹਿੰਦੇ 32 ਮਿੰਟ ਜਲੰਧਰ ਦਾ ਟਾਈਮ ਹੈ, ਠੀਕ ਹੈ ਜੀ? ਹਾਂਜੀ। ਓਕੇ ਜੀ। ਦੇਖਦੇ ਹਾਂ ਕੀ ਹੋ ਸਕਦਾ ਗ੍ਰਹਿਾਂ ਦੀ ਚਾਲ ਵਿੱਚ। ਚਲੋ ਇੱਕ ਦੋ ਸਵਾਲ ਮੈਂ ਪੁੱਛਣਾ ਚਾਹੂੰਗਾ, ਉਸ ਤੋਂ ਬਾਅਦ ਫਿਰ ਆਪਾਂ ਅੱਗੇ ਜੋ ਵੀ ਤੁਹਾਡੀ ਗੱਲਬਾਤ ਹੋਏਗੀ ਉਹਨੂੰ ਦੇਖਾਂਗੇ। ਪਹਿਲਾ ਸਵਾਲ ਮੇਰਾ ਇਹ ਹੈਗਾ ਕਿ ਕੀ ਇਸ ਬੱਚੇ ਦੀ ਐਜੂਕੇਸ਼ਨ ਜਿਹੜੀ ਆ ਉਹ ਕੰਪਲੀਟ ਨਹੀਂ ਹੋਈ, ਜਾਂ ਇਹਨੇ ਪੜ੍ਹਾਈ ਬਹੁਤ ਜ਼ਿਆਦਾ, ਦੋਹਾਂ 'ਚ ਇੱਕ ਇਨ ਬਿਟਵੀਨ ਨਹੀਂ ਰਹਿਣਾ ਚਾਹੀਦਾ। ਜਾਂ ਤਾਂ ਪੜ੍ਹਾਈ 10 ਜਮਾਤਾਂ ਤੋਂ ਪਹਿਲਾਂ ਖਤਮ ਹੋ ਜਾਣੀ ਚਾਹੀਦੀ ਹੈ, ਜ਼ਿਆਦਾ 10 ਜਮਾਤਾਂ, ਜਾਂ ਫਿਰ ਬਹੁਤ ਹਾਈ ਲੈਵਲ ਤੱਕ ਜਿੱਦਾਂ ਹਾਲੇ ਤੱਕ ਵੀ ਪੜ੍ਹੀ ਜਾ ਰਿਹਾ। ਇਸ ਤਰ੍ਹਾਂ ਦੀ ਕੰਡੀਸ਼ਨ, ਕੀ ਕੰਡੀਸ਼ਨ ਹੈ? 12 ਤੱਕ ਹੀ ਹੋਈ ਹੈ ਜੀ ਬਸ। ਉਹਦੇ ਵਿੱਚ ਜਿਹੜੀ ਪੜ੍ਹਾਈ ਸੀ ਉਹ ਟੈਕਨੀਕਲ ਕੋਈ ਪੜ੍ਹਾਈ ਕੀਤੀ, ਇਹਨੇ ਕੋਈ ਕੋਰਸ ਡਿਪਲੋਮਾ ਕੀਤਾ ਜਾਂ +2 ਕਰਕੇ ਬੰਦ ਕਰਤੀ? ਕੁਛ ਨਹੀਂ ਕੀਤਾ, +2 ਵਿੱਚ ਹੀ ਹਟ ਗਏ। +2 ਪੂਰੀ ਹੋ ਗਈ ਸੀ ਇਹਦੀ? +2 ਨਹੀਂ ਪੂਰੀ ਹੋਈ। ਨਹੀਂ ਹੋਈ, ਬਸ ਠੀਕ ਹੈ। 10 ਜਮਾਤਾਂ ਦਾ ਹਿਸਾਬ ਰਹਿ ਗਿਆ, ਠੀਕ ਹੈ, ਦੈਟਸ ਫਾਈਨ। ਅਤੇ ਤੁਸੀਂ ਇਹ ਦੱਸੋ ਵੀ ਆਪਣੀ ਯਾਰੀ ਦੋਸਤੀ ਵਿੱਚ ਜ਼ਿਆਦਾ ਸਮਾਂ ਜਿਹੜਾ ਇਹ ਬਤੀਤ ਕਰਦਾ ਆ, ਬਾਕੀ ਗੱਲਾਂ 'ਚ ਘੱਟ ਸਮਾਂ ਲਾਉਂਦਾ? ਹਾਂਜੀ ਇੱਦਾਂ ਹੀ ਆ ਜੀ। ਠੀਕ ਹੈ। ਬਾਹਰ ਆ ਗਿਆ ਜਾਂ ਬਾਹਰ ਮੰਗਵਾਉਣਾ ਚਾਹੁੰਦੇ ਹੋ? ਬਾਹਰ ਦੀ ਕੀ ਚਾਹਤ ਹੈ ਇਹਦੀ? ਬਾਹਰ ਆ ਗਿਆ ਜੀ। ਬਾਹਰ ਆ ਗਿਆ, ਠੀਕ ਹੈ, ਦੈਟਸ ਫਾਈਨ। ਹੁਣ ਤੁਸੀਂ ਕੀ ਚਾਹੁੰਦੇ ਹੋ? ਹੁਕਮ ਕਰੋ, ਹੁਣ ਉਸ ਆਪਾਂ ਉਸ ਗੱਲ ਨੂੰ ਹੱਲ ਕਰੀਏ। ਤੁਸੀਂ ਦੇਖ ਲਓ ਜੀ, ਕੁਛ ਦੱਸਣ ਵਾਲਾ, ਫਿਰ ਬਾਅਦ 'ਚ ਸਵਾਲ ਪੁੱਛ ਲੈਣੇ। ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ, ਕੀ ਕਹਿ ਰਹੇ ਹੋ? ਕੀ ਹੋਵੇ? ਤੁਸੀਂ ਪਹਿਲਾਂ ਦੱਸ ਦਿਓ ਜੀ ਕੁਛ, ਤਾਂ ਫਿਰ ਬਾਅਦ 'ਚ ਸਵਾਲ ਪੁੱਛ ਲੈਣੇ ਜੀ। ਅੱਛਾ, ਮੈਂ ਤਾਂ ਇਹੀ ਕਹੂੰਗਾ ਕਿ ਇਸ ਬੱਚੇ ਨੂੰ ਮੇਨ ਤਾਂ ਇਹੀ ਹੈਗਾ ਕਿ ਆਪਣੀਆਂ ਸੋਚਾਂ ਉੱਤੇ ਜਿਹੜਾ ਹੈਗਾ ਆਪਣਾ ਟਾਈਮ ਬਤੀਤ ਕਰਨ ਨਾਲੋਂ ਬੈਟਰ ਹੈ ਕਿ ਕੁਛ ਪਲੈਨਿੰਗ ਕਰੇ, ਕਿਸੇ ਦੀ ਦੇਖ ਰੇਖ ਵਿੱਚ, ਘਰ ਦੇ ਮੈਂਬਰ ਦੀ ਦੇਖ ਰੇਖ ਦੇ ਵਿੱਚ ਰਵੇ, ਤਾਂ ਉਹਦੇ ਲਈ ਜ਼ਿਆਦਾ ਸਾਰਥਕ ਸਿੱਧ ਹੋਊਗਾ। ਉਹਦੇ ਨਾਲ ਇਹਨੂੰ ਜ਼ਿਆਦਾ ਫਾਇਦੇ ਹੋਣਗੇ। ਜੇ ਆਪਾਂ ਮਿੱਤਰ ਮੰਡਲੀ ਵਿੱਚ ਬਹਿ ਕੇ ਟਾਈਮ ਗੁਜ਼ਾਰਨ ਦੀ ਕੋਸ਼ਿਸ਼ ਕੀਤੀ, ਤਾਂ ਜਾਂ ਆਪਾਂ ਮਿੱਤਰਾਂ ਦੇ ਕਹਿਣ ਦੇ ਉੱਤੇ ਇਨਵੈਸਟਮੈਂਟ ਕਰਨੀ ਸ਼ੁਰੂ ਕਰਤੀ, ਮਿੱਤਰਾਂ ਨਾਲ ਹੀ ਰਹਿਣਾ ਸ਼ੁਰੂ ਕਰਤਾ, ਤਾਂ ਫਿਰ ਆਪਾਂ ਜੀਵਨ ਦੇ ਵਿੱਚ ਕਾਫੀ ਜਿਹੜਾ ਆ ਘਾਟਿਆਂ ਵਿੱਚ ਜਾਵਾਂਗੇ। ਜਿਹਦੇ ਕਰਕੇ ਹੋ ਸਕਦਾ ਹੈ ਕਿ ਆਪਣਾ ਕਸੂਰ ਹੋਵੇ ਚਾਹੇ ਨਾ ਹੋਵੇ, ਆਪਾਂ ਨੂੰ ਕੋਰਟ ਕਚਹਿਰੀਆਂ ਮੁਕੱਦਮਿਆਂ ਵਿੱਚੋਂ ਵੀ ਨਿਕਲਣਾ ਪੈ ਸਕਦਾ ਹੈ। ਅਨਨੈਸੈਸਰੀ ਜਿਹੜੀ ਹਰਾਸਮੈਂਟ ਆ ਉਹ ਝੱਲਣੀ ਪਊਗੀ। ਇਹਨਾਂ ਚੀਜ਼ਾਂ ਤੋਂ ਇਹਨੂੰ ਬਚਣਾ ਚਾਹੀਦਾ ਆ। ਇਸ ਵੇਲੇ ਅਗਰ ਕਿਸੇ ਵੀ ਕੰਮ ਦੀ ਕੋਈ ਵੀ ਸਮੱਸਿਆ ਇਹਨੂੰ ਹੋ ਸਕਦੀ ਹੈ, ਉਹ ਤੋਂ ਇਹਨੂੰ ਬਚਣਾ ਚਾਹੀਦਾ। ਕੰਮ ਦੀ ਸਮੱਸਿਆ ਰਹੂਗੀ, ਔਰ ਨਾਲ ਦੀ ਨਾਲ ਮੈਰਿਜ ਨੂੰ ਅਗਰ ਤੁਸੀਂ ਚਾਹੁੰਦੇ ਹੋ ਕਿ ਅੱਗੇ ਕੀਤਾ ਜਾਵੇ, ਉਹਦੇ ਵਿੱਚ ਕਾਫੀ ਤੁਹਾਨੂੰ ਜਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਆ। ਉਪਾਏ ਦੇ ਵਿੱਚ ਮੈਂ ਇਹੀ ਕਹੂੰਗਾ ਕਿ ਜੇ ਹੋ ਸਕਦਾ ਆ ਤਾਂ ਇਹੀ ਕੀਤਾ ਜਾਵੇ ਕਿ ਜਿੰਨਾ ਵੀ ਹੋ ਸਕਦਾ ਆ, ਛੋਟੀਆਂ ਲੜਕੀਆਂ ਜਿਹੜੀਆਂ ਹੈਗੀਆਂ ਆ
ਉਹਨਾਂ ਦੇ ਲਈ ਕੋਈ ਨਾ ਕੋਈ ਮਦਦ ਜਿਹੜੀ ਆ ਉਹ ਕੀਤੀ ਜਾਵੇ, ਉਹ ਲਾਭਦਾਇਕ ਸਿੱਧ ਹੋ ਸਕਦੀ। ਪਰ ਲੜਕੀਆਂ ਜਿਹੜੀਆਂ ਬਗਾਨੀਆਂ ਨਹੀਂ, ਆਪਣੇ ਘਰ ਦੀਆਂ ਧੀਆਂ ਭੈਣਾਂ ਹੋਣੀਆਂ ਚਾਹੀਦੀਆਂ ਜਾਂ ਭਤੀਜੀਆਂ ਹੋਣ, ਉਹਨਾਂ ਦੀ ਅਗਰ ਹੈਲਪ ਕੀਤੀ ਜਾਊਗੀ ਤਾਂ ਉਹ ਫਾਇਦੇਮੰਦ ਰਹੂਗੀ। ਨਹੀਂ ਤਾਂ ਇਹ ਆਦਮੀ ਕਦੀ ਇਹਨੇ ਕੋਰਟ ਕਚਹਿਰੀ ਵਿੱਚ ਗਿਆ ਵੀ ਆ, ਪਹਿਲਾਂ ਤਾਂ ਇਹ ਕਲੀਅਰ ਕਰੋ। ਹਾਂਜੀ, ਇੱਕ ਨਹੀਂ ਕਈ ਵਾਰੀ ਗਿਆ ਜੀ, ਕਈ ਵਾਰੀ ਕਿਹਾ, ਬਸ ਠੀਕ ਹੈ। ਕਿਉਂਕਿ ਕੋਰਟ ਕਚਹਿਰੀਆਂ ਦੇ ਸਿਲਸਿਲੇ ਵਿੱਚ ਇਸ ਬੱਚੇ ਨੂੰ ਨਿਕਲਣਾ ਪੈ ਸਕਦਾ ਆ। ਤੇ ਅੱਗੇ ਵੀ ਇਸ ਚੀਜ਼ ਦਾ ਖਿਆਲ ਰੱਖਣਾ ਕਿ ਸਭ ਤੋਂ ਵੱਡੀ ਜਿਹੜੀ ਆ ਇਹਦੀ ਸੁਸਾਇਟੀ ਜਿਹੜੀ ਆ ਉਹ ਮੇਨ ਕਾਰਨ ਸੁਸਾਇਟੀ। ਤੇ ਨਾਲ ਦੀ ਨਾਲ ਇਹ ਕਹੂੰਗਾ ਕਿ ਔਰਤਾਂ ਦੇ ਮਾਮਲੇ ਵਿੱਚ ਇਸ ਬੰਦੇ ਨੂੰ, ਇਸ ਬੱਚੇ ਨੂੰ ਬਹੁਤ ਜ਼ਿਆਦਾ ਸਾਵਧਾਨ ਰਹਿਣਾ ਚਾਹੀਦਾ। ਕਿ ਇਹਦੀ ਜ਼ਿੰਦਗੀ ਵਿੱਚ ਜਦੋਂ ਵੀ ਸਮੱਸਿਆ ਆਉਣਗੀਆਂ ਉਹਦੇ ਵਿੱਚ ਜ਼ਮੀਨ ਜਾਂ ਔਰਤ ਦਾ ਰੌਲਾ ਜ਼ਰੂਰ ਰਹੂਗਾ। ਇਸ ਗੱਲ ਤੋਂ ਇਹਨੂੰ ਖਾਸ ਤੌਰ ਤੇ ਧਿਆਨ ਰੱਖਣਾ ਪੈਣਾ ਵੀ ਇਹਨਾਂ ਮਸਲਿਆਂ ਤੋਂ ਆਪਣੇ ਆਪ ਨੂੰ ਜਿੰਨਾ ਦੂਰ ਰੱਖ ਸਕਦਾ ਉਹ ਰੱਖਣ ਦੀ ਕੋਸ਼ਿਸ਼ ਕਰੇ। ਤੇ ਇਸ ਵੇਲੇ ਵੀ ਮੈਂ ਇਹ ਕਹੂੰਗਾ ਕਿ ਜੇ ਪਾਸ ਵਿੱਚ ਇਹ ਹੁਣ ਇਹ ਤੁਸੀਂ ਕਹਿੰਦੇ ਹੋ ਜਿੱਦਾਂ ਕਈ ਵਾਰੀ ਜਾਇਆ, ਤੇ ਇਸ ਵੇਲੇ ਵੀ ਇਸ ਬੱਚੇ ਨੂੰ ਇਹ ਖਿਆਲ ਰੱਖਣਾ ਚਾਹੀਦਾ ਆ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈਗੀ ਆ, ਜੇ ਇੱਥੇ ਓਵਰਸਟੇ ਹੁੰਦਾ ਆ, ਜੇ ਲੀਗਲ ਵੀਜ਼ੇ 'ਤੇ ਹੈਗਾ ਤਾਂ ਠੀਕ ਆ, ਪਰ ਕੰਮ ਕੁੰਮ ਕਰਦੇ ਆਪਣੇ ਆਪ ਨੂੰ ਥੋੜ੍ਹਾ ਅਵੇਅਰ ਰੱਖੇ। ਨਹੀਂ ਤਾਂ ਕਿਸੇ ਸਮੱਸਿਆ ਵਿੱਚ ਇੱਥੇ ਵੀ ਆ ਸਕਦਾ, ਜਿਹਦੇ ਨਾਲ ਇਹਦੇ ਲਈ ਇੱਥੇ ਰਹਿਣਾ ਮੁਸ਼ਕਿਲ ਹੋ ਸਕਦਾ ਹੈ। ਉਹ ਕੋਈ ਉਪਾਅ ਦੱਸੋ ਨਾ ਵੀ ਇੱਥੇ ਵੀ ਰਵੇ ਤੇ ਕੋਈ ਕੋਰਟ ਕਚਹਿਰੀ ਤੋਂ ਪਾਸੇ ਰਵੇ, ਬਚਾਅ ਰਵੇ ਕਿਸ ਤਰ੍ਹਾਂ। ਉਹਦਾ ਸਿੰਪਲ ਉਪਾਅ ਤਾਂ ਇੱਕ ਮੈਂ ਤੁਹਾਨੂੰ ਦੱਸਦਾ, ਕਿਉਂਕਿ ਇੱਥੇ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਮੈਂ ਲਿਮਿਟਡ ਦਾਇਰੇ ਵਿੱਚ ਰਹਿ ਕੇ ਦੱਸ ਸਕਦਾ। ਆਫਕਮ ਜਿੰਨਾ ਸਾਨੂੰ ਅਲਾਉ ਕਰਦਾ ਉਹਨਾਂ ਤਾਂ ਅਸੀਂ ਕਰ ਦਈਦਾ ਤੁਹਾਡੇ ਲਈ। ਮੈਂ ਇਹੀ ਕਹਿ ਰਿਹਾ ਕਿ ਆਪਣੇ ਹੀ ਘਰ ਦੀਆਂ ਧੀਆਂ ਭੈਣਾਂ ਬੇਟੀਆਂ ਦਾ ਜੇ ਸਾਥ, ਉਹਨਾਂ ਨੂੰ ਕੁਛ ਨਾ ਕੁਛ ਦੇ ਕੇ ਉਹਨਾਂ ਦਾ ਆਸ਼ੀਰਵਾਦ ਲਿਆ ਜਾਵੇ ਤੇ ਉਹ ਮੁਬਾਰਕ ਹੋਏਗਾ। ਪਰ ਜੇ ਤੁਸੀਂ ਬਾਹਰ ਜਾਂਦੇ ਹੋ ਜਾਂ ਇਸ ਵੇਲੇ ਤੁਸੀਂ ਕੋਈ ਇਹਨੂੰ ਜੈਮ ਸਟੋਨ ਜਿਹਦਾ ਰਤਨ ਕੋਈ ਕਹਿੰਦੇ ਆ ਵੀ ਆਪਾਂ ਕੋਈ ਨਗ ਨੁਗ ਪਾ ਲਈਏ, ਕੋਈ ਨਗ ਧਾਰਨ ਕਰਾਉਣ ਦੀ ਕੋਸ਼ਿਸ਼ ਕਰਦੇ ਹੋ, ਉਹ ਨਗ ਵੀ ਖਾਸ ਕਰਕੇ ਜੇ ਹਰੇ ਰੰਗ ਦਾ ਹੋਵੇ ਤਾਂ ਇਹਦੇ ਵਾਸਤੇ ਕਾਫੀ ਨੁਕਸਾਨ ਹੋ ਸਕਦਾ। ਹਰੇ ਰੰਗ ਦਾ ਕੋਈ ਵੀ ਨਗ, ਮੋਤੀ, ਮਾਲਾ ਇਹਦੇ ਜਿਹੜੀ ਆ ਉਹ ਨਹੀਂ ਪਾਉਣੀ ਹੈਗੀ। ਇਸ ਗੱਲ ਦਾ ਖਾਸ ਖਿਆਲ ਰੱਖਣਾ ਆ। ਠੀਕ ਹੈ, ਜੇ ਤੋਂ ਇਹ ਬਚਿਆ ਰਹੇਗਾ ਤੇ ਅੱਗੇ ਤਰੱਕੀ ਕਰੇਗਾ, ਨਹੀਂ ਤਾਂ ਫਿਰ ਇਹ ਨਗ ਨਹੀਂ ਇਹਨੂੰ ਲੈ ਬਹਿਣਾ ਆ। ਇਸ ਗੱਲ ਦਾ ਤੁਸੀਂ ਖਾਸ ਖਿਆਲ ਰੱਖਣਾ ਹੈਗਾ। ਮੂੰਗਾ ਪਾਇਆ ਹੋਇਆ ਜੀ। ਹਾਂਜੀ, ਮੂੰਗਾ ਪਾਇਆ ਜੀ। ਮੂੰਗਾ ਪਾਇਆ ਹੋਇਆ? ਹਾਂਜੀ ਹਾਂ, ਮੂੰਗੇ ਦੀ ਕੋਈ ਪ੍ਰੋਬਲਮ ਨਹੀਂ, ਹਰੇ ਰੰਗ ਦੇ ਨਗ ਦੀ ਪ੍ਰੋਬਲਮ ਆ। ਹਰਾ ਰੰਗ ਜਿਹੜਾ ਹੈ ਇਸ ਵੇਲੇ ਅਗਰ ਇਹਦੇ ਕੋਲ ਹੈਗਾ ਕਿਸੇ ਵੀ ਤਰੀਕੇ ਨਾਲ, ਉਹ ਇਹਦੇ ਲਈ ਹਾਨੀਕਾਰਕ ਕੱਪੜੇ ਹਰੇ ਪਾਏ, ਹਰੇ ਕੱਪੜੇ ਦੇ ਖਰਾਬ ਕਰੂਗਾ। ਹਾਂਜੀ, ਹਰਾ ਰੰਗ ਕਿਸੇ ਵੀ ਤਰੀਕੇ ਨਾਲ ਕੱਪੜੇ ਵੀ ਹੋ ਸਕਦੇ ਆ। ਹਾਂਜੀ, ਹਰੇ ਰੰਗ ਦੇ ਕੱਪੜਿਆਂ ਦਾ ਵੀ ਆਪਾਂ ਨੂੰ ਪਰਹੇਜ਼ ਰੱਖਣਾ ਪੈਣਾ ਆ। ਹਰੇ ਰੰਗ ਦਾ ਇਸ ਵੇਲੇ ਪਰਹੇਜ਼ ਰੱਖਣਾ ਬਹੁਤ ਜ਼ਰੂਰੀ ਆ। ਔਰ ਇਹਦੇ ਨਾਲ ਮੈਂ ਇਹ ਕਹੂੰਗਾ ਕਿ ਕੋਈ ਆਪਣਾ ਹੀ ਪਰਿਵਾਰਕ ਮੈਂਬਰ, ਆਪਣੇ ਹੀ ਪਰਿਵਾਰ ਦੇ ਮੈਂਬਰ, ਆਪਣੇ ਹੀ ਨੋਨ, ਆਪਣੇ ਹੀ ਦੋਸਤ ਮਿੱਤਰ ਇਹਦੇ ਲਈ ਪਰੇਸ਼ਾਨੀ ਦਾ ਕਾਰਨ ਵੀ ਬਣ ਸਕਦੇ ਆ। ਸੋ ਇਹੀ ਕਹੂੰਗਾ ਕਿ ਆਪਣਿਆਂ ਤੋਂ ਬਚ ਕੇ ਰਹੋ ਇਸ ਵੇਲੇ। ਜਿਨ੍ਹਾਂ ਨੂੰ ਤੁਸੀਂ ਆਪਣਾ ਮੰਨਦੇ ਆ, ਇਹ ਖਾਸ ਕਰਕੇ ਜਿਨ੍ਹਾਂ ਦੇ ਨਾਲ ਬਹੁਤ ਕਲੋਜ਼ ਆ, ਜਿਨ੍ਹਾਂ ਨੂੰ ਸਮਝਦਾ ਵੀ ਇਹ ਮੈਂ ਘਰ ਦੇ ਬੇਵਕੂਫ ਆ, ਪਰ ਜੋ ਮੈਂ ਸੋਚਦਾ ਆ ਉਹ ਵਧੀਆ ਮੇਰੇ ਦੋਸਤ ਮਿੱਤਰ ਆ, ਜਿਨ੍ਹਾਂ ਨੂੰ ਮੈਂ ਆਪਣਾ ਸਮਝਦਾ ਉਹ ਮੇਰੇ ਆ। ਬਾਕੀ ਜਿਹੜੇ ਮੈਨੂੰ ਆਪਣਾ ਸਮਝਦੇ ਉਹ ਮੇਰੇ ਨਹੀਂ ਹੈਗੇ, ਤੇ ਇਹ ਫਿਰ ਵੱਡੀ ਗਲਤੀ ਕਰੂਗਾ। ਆਪਣਿਆਂ ਤੋਂ ਹੀ ਬਚ ਕੇ ਰਹਿਣ ਦੀ ਲੋੜ ਹੈ ਇਸ ਵੇਲੇ। ਜੇ ਕੋਈ ਨੁਕਸਾਨ ਕਰ ਸਕਦਾ ਤਾਂ ਉਹ ਆਪਣਾ ਹੀ ਕਰ ਸਕਦਾ ਹੈ, ਦੂਜਿਆਂ ਤਾਂ ਚਲੋ ਕੀ ਕਰਨਾ ਆ, ਪਰ ਆਪਣਿਆਂ ਤੋਂ ਇਸ ਵੇਲੇ ਬਚਣਾ ਬਹੁਤ ਜ਼ਰੂਰੀ ਆ। ਦੇਖਦਾ ਜੀ ਜਿਹੜਾ ਬੇਟੀਆਂ ਕਹਿੰਦੇ ਛੋਟੀਆਂ ਲੜਕੀਆਂ ਨੂੰ, ਉਹ ਤਾਂ ਆਪਣੇ ਤਾਂ ਹੈ ਨਹੀਂ, ਜੇ ਬਾਹਰਲੇ ਨੂੰ ਹੋ ਸਕਦਾ ਜੀ। ਘਰ ਤੋਂ ਬਾਹਰਲਿਆਂ ਦੇ ਕੋਈ ਗੱਲ ਨਹੀਂ ਜੀ। ਪਰਮਾਤਮਾ ਮਾਤਾ ਦੇ ਮੰਦਿਰ ਜਾਓ, ਮਾਤਾ ਦੁਰਗਾ ਦੇ ਮੰਦਿਰ ਜਾ ਕੇ ਉੱਥੇ ਕੁਛ ਨਾ ਕੁਛ ਲੰਗਰ ਦਾ ਪ੍ਰਬੰਧ ਕਰ ਸਕਦੇ ਹੋ। ਕਿੱਦਾਂ, ਇੱਥੇ ਵੀ ਕਰ ਸਕਦੇ ਜੀ? ਹਾਂਜੀ, ਇੱਥੇ ਵੀ ਕਰ ਸਕਦੇ ਹੋ। ਇੱਥੇ ਵੀ ਬਹੁਤ ਆਪਣੇ ਮੰਦਿਰ ਹੈਗੇ ਆ ਜਿਹਨਾਂ ਵਿੱਚ ਮਾਤਾ ਸ਼ੇਰਾਂ ਵਾਲੀ ਦੀ ਮੂਰਤੀ ਹੁੰਦੀ ਆ। ਉੱਥੇ ਜਾਓ, ਉੱਥੇ ਕੋਈ ਲੰਗਰ ਦਾ ਪ੍ਰਬੰਧ ਕਰ ਦਿਓ, ਬਸ ਠੀਕ ਹੈ। ਲੰਗਰ ਕੀ ਦੇ ਗਈ ਜੀ? ਜੋ ਵੀ ਤੁਹਾਡਾ ਦਿਲ ਕਰਦਾ ਲੰਗਰ ਦਾ ਪ੍ਰਬੰਧ ਕਰ ਦਿਓ ਉੱਥੇ। ਨਹੀਂ ਮਤਲਬ ਬਣਾ ਕੇ ਦੇ ਸਕਦੇ ਆਪਾਂ, ਉਦੋਂ ਸੁੱਕਾ ਦੇ ਸਕਦੇ? ਸੁੱਕਾ ਹੀ ਦੇ ਦਿਓ ਜੀ, ਜਿੱਦਾਂ ਵੀ ਉਹਨਾਂ ਨੂੰ ਪ੍ਰਵਾਨ ਆ, ਜਿੱਦਾਂ ਵੀ ਉੱਥੇ ਵਰਤੋਂ ਵਿੱਚ ਆ ਸਕਦਾ ਉਸ ਤਰੀਕੇ ਨਾਲ ਦੇ ਸਕਦੇ। ਚੌਲ ਚੂਲ ਦੇ ਰਹੀ ਹੈ ਜਾਂ ਕਿੱਦਾਂ? ਕੁਝ ਜੋ ਮਰਜ਼ੀ ਦੇ ਸਕਦੇ ਹੋ, ਕੋਈ ਸਮੱਸਿਆ ਨਹੀਂ। ਆਟਾ ਵੀ ਦੇ ਸਕਦੇ ਜੀ? ਹਾਂਜੀ, ਲੰਗਰ ਦੇ ਵਿੱਚ ਤਾਂ ਭਾਜੀ ਸਾਰਾ ਕੁਝ ਹੁੰਦਾ। ਲੰਗਰ ਦੇ ਵਿੱਚ ਦਾਲ ਫੁਲਕਾ ਸਾਰਾ ਕੁਝ ਹੁੰਦਾ, ਸਬਜ਼ੀ ਵੀ ਦੇ ਸਕਦੇ ਆ ਆਪਾਂ, ਮਿੱਠਾ ਵੀ ਦੇ ਸਕਦੇ ਆ। ਸੋ ਲੰਗਰ ਦੇ ਨਾਲ ਜੁੜੀਆਂ ਹੋਈਆਂ ਜਿੰਨੀਆਂ ਵੀ ਚੀਜ਼ਾਂ ਉਹ ਤੁਸੀਂ ਦੇ ਸਕਦੇ ਆ। ਹਾਂਜੀ, ਕਿੰਨੀ ਚੌਲਾਂ ਦਾ ਲੰਗਰ ਤਾਂ ਨਹੀਂ ਇਕੱਲਾ ਲਾ ਸਕਦੇ ਆਪਾਂ, ਠੀਕ ਹੈ ਨਹੀਂ। ਸੋ ਕੋਸ਼ਿਸ਼ ਕਰੋ ਆਟਾ ਵੀ ਲਿਆ ਸਕਦੇ ਹੋ। ਆਪਾਂ ਮਾਤਾ ਦੇ ਜਦੋਂ ਆਪਾਂ ਜਾਈਏ ਤਾਂ ਮੇਨ ਮਾਤਾ ਦੇ ਹੁੰਦਾ ਆਮ ਤੌਰ ਤੇ ਕੜਾਹ ਦਾ ਪ੍ਰਸ਼ਾਦ, ਕੜਾਹੀ ਆਪਾਂ ਕਰਦੇ ਹੁੰਦੇ ਆ। ਅਗਰ ਉਹ ਕੀਤਾ ਜਾਵੇ ਤਾਂ ਉਹ ਜ਼ਿਆਦਾ ਵਧੀਆ ਹੋਊਗਾ। ਪਰ ਜਨਰਲੀ ਮੈਂ ਲੰਗਰ ਕਿਹਾ ਤਾਂ ਤੁਸੀਂ ਕੋਈ ਵੀ ਚੀਜ਼ ਦਾ ਅਪਲਾਈ ਕਰ ਸਕਦੇ ਹੋ, ਕੋਈ ਗੁਨਾਹ ਨਹੀਂ ਹੈਗਾ ਉਹਦੇ ਵਿੱਚ। ਕੜਾਹੀ ਘਰੋਂ ਹੀ ਬਣਾ ਕੇ ਲਿਆ ਸਕਦੇ ਆ ਜੀ? ਲਿਜਾ ਸਕਦੇ ਹੋ। ਜੇ ਉਹ ਨਹੀਂ ਅਲਾਉ ਕਰਦੇ, ਉਹਨਾਂ ਦੀਆਂ ਆਪਣੀਆਂ ਉੱਥੇ ਸੋਰਸਿਸ ਹੁੰਦੇ ਆ, ਕਿਚਨ ਉਹ ਯੂਜ਼ ਕਰਦੇ ਆ, ਉਹਨਾਂ ਵਿੱਚੋਂ ਜਾ ਕੇ ਲੈ ਲੈਂਦੇ ਜੀ ਉਹ। ਹਾਂਜੀ, ਕੜਾਹੀ ਲੈ ਲੈ, ਕਾਹਦਾ ਪ੍ਰਸ਼ਾਦ ਬਣਾ ਕੇ ਲੈ ਜੀ? ਕੜਾਹ ਪ੍ਰਸ਼ਾਦ ਜਿਆਦਾ ਮਰਜ਼ੀ ਲੈ ਜਾਓ, ਸੂਜੀ ਦਾ ਲੈ ਜਾਓ, ਆਟੇ ਦਾ ਲੈ ਜਾਓ, ਜਿਆਦਾ ਵੀ ਬਣਾ ਕੇ ਲਿਆ ਸਕਦੇ ਆ, ਉਹਨੂੰ ਪ੍ਰੋਬਲਮ। ਹਾਂ, ਕੋਈ ਵੀ ਲੈ ਜਾਓ, ਉਹ ਲੈ ਕੇ ਜਾਓ। ਤੇ ਇੱਕ ਤਾਂਬੇ ਦਾ ਪੈਸਾ ਸੁਰਾਖ ਵਾਲਾ, ਜਿਹਦੇ ਵਿੱਚ ਸੁਰਾਖ ਹੋਵੇ, ਤਾਂਬੇ ਦਾ ਪੈਸਾ, ਉਹ ਇਹਨੂੰ ਕੁਝ ਸਮੇਂ ਦੇ ਲਈ ਆਉਣ ਵਾਲੇ 2-3 ਮਹੀਨਿਆਂ ਲਈ ਆਪਣੇ ਗਲੇ ਵਿੱਚ ਜ਼ਰੂਰ ਪਾ ਕੇ ਰੱਖੇ। ਕਾਹਦੇ ਵਿੱਚ ਪਾ ਕੇ ਜੀ? ਗਲ ਦੇ ਵਿੱਚ, ਚੇਨ ਦੇ ਵਿੱਚ ਪਾ ਸਕਦਾ ਹੈ, ਗੋਲਡ ਦੀ ਚੇਨ ਦੇ ਵਿੱਚ ਪਾ ਸਕਦਾ, ਸਿਲਵਰ ਦੀ ਚੇਨ 'ਚ ਪਾ ਸਕਦਾ ਹੈ, ਕਿਸੇ ਧਾਗੇ ਵਿੱਚ ਵੀ ਪਾ ਸਕਦਾ, ਪਰ ਧਾਗਾ ਹਰਾ ਕਾਲਾ ਨਾ ਹੋਵੇ। ਹਾਂਜੀ, ਠੀਕ ਹੈ, ਇਸ ਗੱਲ ਤੋਂ ਪਰਹੇਜ਼ ਰੱਖੇ। ਚਿੱਟੇ ਰੰਗ ਦੇ ਧਾਗੇ 'ਚ ਪਾ ਕੇ ਪਾ ਸਕਦਾ ਹੈ। ਨੀਲਾ ਹੋਰ ਚਿੱਟਾ ਹੋਰ ਜਿਹੜਾ ਮਰਜ਼ੀ ਪੀਲਾ ਹੋ ਜਾਵੇ? ਨਹੀਂ ਜੀ, ਨੀਲਾ ਹਰਾ ਕਾਲਾ ਨਹੀਂ ਹੋਣਾ ਚਾਹੀਦਾ। ਨੀਲਾ ਹਰਾ ਕਾਲਾ ਗ੍ਰੇ, ਇਹ ਰੰਗ ਜਿਹੜੇ ਆ ਉਹ ਨਹੀਂ ਹੋਣੇ ਚਾਹੀਦੇ। ਚਿੱਟਾ ਹੋ ਸਕਦਾ, ਪੀਲਾ ਹੋ ਸਕਦਾ, ਲਾਲ ਹੋ ਸਕਦਾ ਆ, ਇਦਾਂ ਦੇ ਰੰਗ ਜਿਹੜੇ ਆ, ਇਹ ਔਰੇਂਜ ਹੋ ਸਕਦਾ, ਇਦਾਂ ਦੇ ਰੰਗ ਯੂਜ਼ ਕਰ ਸਕਦਾ ਹੈ। ਹਾਂਜੀ ਜੀ, ਪੈਨੀ ਜੇ 2 ਪੈਨੀ ਸ਼ੇਕ ਕਰਕੇ ਪਾ ਲਵੇ? ਹਾਂ, ਡਿਪੈਂਡ ਕਰਦਾ ਆ ਕਿ ਉਹ ਕਿਹੜੀ ਆ। ਹਾਂਜੀ, ਠੀਕ ਹੈ ਕਿ ਨਹੀਂ। ਹਰ ਪੈਨੀ ਦੇ ਵਿੱਚ ਸੁਰਾਖ ਨਹੀਂ ਕੀਤਾ ਜਾ ਸਕਦਾ। ਹਾਂਜੀ, ਡਿਪੈਂਡ ਇਹ ਵੀ ਕਰਦਾ ਆ
ਉਹਦੇ ਲਈ ਵੀ ਤੁਹਾਨੂੰ ਇੱਕ ਖਾਸ ਪ੍ਰੋਸੀਜਰ ਵਿੱਚੋਂ ਨਿਕਲਣਾ ਪੈਂਦਾ ਆ ਤੇ ਅਗਰ ਉਹ ਸਹੀ ਆ ਤਾਂ ਤੁਹਾਨੂੰ ਫਾਇਦਾ ਕਰੂਗੀ, ਜੇ ਨੁਕਸਾਨਦੇਹ ਤਾਂ ਜੇ ਉਹ ਸਹੀ ਨਹੀਂ ਹੈਗੀ ਤਾਂ ਉਹਨੇ ਉਲਟਾ ਨੁਕਸਾਨ ਕਰ ਦੇਣਾ। ਨਹੀਂ ਫਿਰ ਸੁਨਿਆਰੇ ਤੇ ਜਾ ਕੇ ਲੈ ਲਈਏ ਤਾਂਬੇ ਦਾ ਪੈਸਾ। ਹਾਂਜੀ, ਤਾਂਬੇ ਦੀ ਕੋਈ ਚੀਜ਼, ਤਾਂਬੇ ਦਾ ਪੈਸਾ ਹੀ ਚਾਹੀਦਾ ਆਪਾਂ ਨੂੰ, ਤਾਂਬੇ ਦਾ ਆਪਾਂ ਨੂੰ ਪੈਸਾ ਚਾਹੀਦਾ ਆ, ਕੋਈ ਚੀਜ਼ ਨਹੀਂ ਚਾਹੀਦੀ। ਅੱਛਾ ਜੀ। ਜੀ ਹੁਣ ਭਾਈ ਉਹ ਕਿੱਦਾਂ ਪਤਾ ਲੱਗੂਗਾ ਜੀ? ਤੁਸੀਂ ਮੈਨੂੰ ਆਫ ਏਅਰ ਗੱਲ ਕਰਿਓ, ਮੈਂ ਦੱਸੂਗਾ ਤੁਹਾਨੂੰ ਕਿੱਦਾਂ ਪਤਾ ਲੱਗੂਗਾ। ਹਾਂਜੀ ਠੀਕ ਆ, ਮੈਂ ਤੁਹਾਨੂੰ ਦੱਸ ਦੂੰਗਾ, ਉਹ ਤੁਸੀਂ ਉਸ ਤਰੀਕੇ ਨਾਲ ਕਰ ਲਿਓ, ਠੀਕ ਰਹੂਗਾ। ਕਿਹੜੇ ਦਿਨ ਪਾਉਣਾ ਜੀ ਇਹ? ਕਿਸੇ ਵੀ ਦਿਨ ਪਾ ਸਕਦੇ ਹੋ, ਕਿਸੇ ਦਿਨ ਪਾ ਸਕਦੇ ਹਾਂ? ਕਿਸੇ ਵੀ ਦਿਨ ਪਾ ਸਕਦੇ ਹੋ। 1 ਵਜੇ ਕਿਹੜਾ ਕੋਰਟ ਕਚਹਿਰੀਆਂ ਚੱਕਰ ਤੋਂ ਬਚਣ ਨੂੰ ਇਹ ਥੋੜਾ ਕੋਈ ਬਾਹਰ ਹੋਰ ਦੱਸ ਦਿਓ ਕੋਈ। ਕੋਰਟ ਕਚਹਿਰੀਆਂ ਉਹਦਾ ਬਾਅਦ ਵਕੀਲ ਸਾਹਿਬ ਆ, ਉਹਨਾਂ ਦੇ ਨਾਲ ਸਲਾਹ ਕਰੋ ਵੀ ਕੀ ਇਹਨੂੰ ਨਹੀਂ ਕਰਨਾ ਚਾਹੀਦਾ, ਹਨਾ। ਸਾਡੇ ਤਾਂ ਬਰੈਸਟਰ ਤੁਸੀਂ ਆ ਜੀ ਹੁਣ। ਠੀਕ ਆ, ਨਹੀਂ ਉਹਨਾਂ ਦੇ ਨਾਲ ਤੁਸੀਂ ਸਲਾਹ ਕਰੋ ਵੀ ਭਾਈ ਅਸੀਂ ਇਸ ਮੁਲਕ 'ਚ ਰਹਿੰਦੇ ਆ, ਇੱਥੇ ਕੀ ਹੁੰਦਾ, ਇਸ ਕੰਟਰੀ ਦੇ ਲਾਅ ਕੀ ਹੈਗੇ ਆ, ਜੇ ਆਪਾਂ ਇੰਡੀਆ ਜਦੋਂ ਉੱਥੇ ਕੀ ਹੈਗਾ, ਥੋੜਾ ਇੱਕ ਭੇਜ ਕਰਨਾ। ਸਭ ਤੋਂ ਵੱਡਾ ਤੁਹਾਨੂੰ ਮੈਂ ਉਪਾਅ ਦੱਸਿਆ ਕਿ ਇਸ ਬੱਚੇ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੇ ਵਿੱਚ ਫੇਥ ਲੈ ਕੇ ਆਉਣਾ ਚਾਹੀਦਾ, ਆਪਣੇ ਮਾਂ-ਬਾਪ, ਆਪਣੇ ਭੈਣ ਭਰਾ ਜਿਹੜੇ ਆ ਉਹਨਾਂ ਦੇ ਉੱਤੇ ਵਿਸ਼ਵਾਸ ਰੱਖਣਾ ਚਾਹੀਦਾ। ਆਪਣੀ ਮਰਜ਼ੀ ਇਕੱਲੀ ਕਰਨੀ ਜਿਹੜੀ ਕਈ ਵਾਰੀ ਸਹੀ ਨਹੀਂ ਹੁੰਦੀ। ਔਰ ਇਹ ਬੱਚਾ ਜਿਹੜਾ ਆ ਉਮਰ ਦਾ ਚਾਹੇ ਵੱਡਾ ਹੋਈ ਜਾ ਰਿਹਾ ਆ, ਪਰ ਸੱਚਾਈ ਇਹ ਆ ਕਿ ਇਹ ਬੱਚਾ ਨਾਬਾਲਗ ਆ, ਏਜ ਦੇ ਹਿਸਾਬ ਨਾਲ ਬਾਲਗ ਆ, ਗ੍ਰਹਿਾਂ ਦੇ ਹਿਸਾਬ ਨਾਲ ਇਹ ਨਾਬਾਲਗ ਬੱਚਾ ਆ। ਜਿਹੜਾ ਬੱਚਾ 100 ਸਾਲ ਦਾ ਵੀ ਅਗਰ ਹੋ ਜਾਵੇ ਤਾਂ ਇਹਦੀਆਂ ਹਰਕਤਾਂ ਇੱਕ ਨਾਬਾਲਗ ਬੱਚੇ ਵਰਗੀਆਂ ਹੋਣਗੀਆਂ। ਇਹ ਚੀਜ਼ ਆ, ਇਸ ਕਰਕੇ ਇਹਨੂੰ ਗਾਈਡਲਾਈਨ ਚਾਹੀਦੀ ਆ। ਗਾਈਡਲਾਈਨ ਹੋਵੇ ਉਹ ਆਪਣੇ ਪਰਿਵਾਰਕ ਮੈਂਬਰਾਂ ਦੀ ਹੋਵੇ ਤਾਂ ਵਧੀਆ ਗੱਲ ਹੈ, ਕਿਉਂਕਿ ਬਗਾਨਿਆਂ ਦਾ ਆਪਾਂ ਕੀ ਭਰੋਸਾ ਕਰ ਸਕਦੇ ਆ। ਪਰਿਵਾਰ ਦੇ ਵਿੱਚ ਵੀ ਆਪਣਾ ਪਰਿਵਾਰ ਦਾ ਮਤਲਬ ਮੈਂ ਭੈਣ ਭਰਾ ਤੇ ਮਾਂ-ਬਾਪ ਹੀ ਕਹੇ ਆ, ਇਸ ਤੋਂ ਇਲਾਵਾ ਕੋਈ ਹੋਰ ਰਿਸ਼ਤੇਦਾਰ ਨਹੀਂ ਕਿਹਾ, ਉਹ ਵੀ ਪਰਿਵਾਰ ਦੇ ਮੈਂਬਰ ਹੁੰਦੇ। ਮੈਂ ਹੋਰ ਕਿਸੇ ਨੂੰ ਨਹੀਂ ਕਿਹਾ, ਇਮੀਡੀਏਟ ਫੈਮਿਲੀ ਹੋ ਸਕਦੀ ਆ, ਇਸ ਤੋਂ ਜ਼ਿਆਦਾ ਕੋਈ ਨਹੀਂ। ਹਾਂਜੀ ਹਾਂਜੀ, ਇਸ ਗੱਲ ਦਾ ਨਾਲ ਖਿਆਲ ਰੱਖਣਾ ਆ। ਇੱਕ ਤੁਸੀਂ ਲਾਸਟ ਵੀਕ ਦੱਸਿਆ ਸੀ ਵੀ ਗੁਲਾਬ ਦਾ ਫੁੱਲ ਦਬਾਉਣਾ ਜੀ ਘਰ 'ਚ ਜੀ, ਉਹ ਜੀ ਮਤਲਬ ਘਰ ਦੇ ਸਾਡੇ ਬਾਹਰ ਹੈਗੀ ਆ, ਉਹ 'ਚ ਦਵਾ ਸਕਦੇ ਕਿ ਬਾਹਰ ਵੀ ਦਵਾ ਸਕਦੇ ਕਿਸੇ? ਦੇਖੋ ਕੁਛ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਮਤਲਬ ਅਸੀਂ ਤੁਸੀਂ ਮੈਨੂੰ ਬਿਹਤਰ ਇਹੀ ਆ ਕਿ ਜੇ ਤੁਸੀਂ ਮੈਨੂੰ ਆਫ ਏਅਰ ਗੱਲ ਕਰੋਗੇ ਤਾਂ ਮੈਂ ਦੱਸ ਸਕੂੰ, ਕਿਉਂਕਿ ਆਫ ਕਾਮ ਦੇ ਜਿੰਨੇ ਵੀ ਇੱਥੇ ਸਾਨੂੰ ਰਿਸਟ੍ਰਿਕਸ਼ਨਸ ਹੈਗੀਆਂ ਅਸੀਂ ਉਹਦੇ ਵਿੱਚ ਕੁਛ ਗੱਲਾਂ ਤੁਹਾਨੂੰ ਲਿਮਿਟਡ ਦਾਇਰੇ ਵਿੱਚ ਹੀ ਦੱਸ ਸਕਦੇ ਹਾਂ। ਉਹ ਜੇ ਤੁਸੀਂ ਹਾਲੇ ਤੱਕ ਨਹੀਂ ਕੀਤਾ ਹੈਗਾ ਤੇ ਆ ਬਾਕੀ ਦੇ ਉਪਾਅ ਵੀ ਜਿਹੜੇ ਆ ਤੁਹਾਡੇ ਲਈ ਮੀਨਿੰਗਲੈਸ ਆ ਉਨੀ ਦੇਰ ਤੱਕ, ਕਿਉਂਕਿ ਉਹ ਉਪਾਅ ਇੱਕ ਫਾਊਂਡੇਸ਼ਨ ਆ, ਉਹਦੇ ਨਾਲ ਇਸ ਵੇਲੇ ਜੇ ਉਹ ਉਪਾਅ ਤੁਸੀਂ ਨਹੀਂ ਕੀਤਾ ਹੈਗਾ ਤੇ ਆ ਜਿਹੜੇ ਬਾਕੀ ਮੈਂ ਉਪਾਅ ਤੁਹਾਨੂੰ ਦੱਸ ਰਿਹਾ ਇਹ ਮੀਨਿੰਗਲੈਸ ਹੈ, ਇਹਨਾਂ ਦਾ ਕੋਈ ਫਾਇਦਾ ਨਹੀਂ ਹੋਣਾ ਤੁਹਾਨੂੰ। ਤੁਸੀਂ ਦੱਸਿਆ ਨਹੀਂ ਬੁੱਧਵਾਰ ਸ਼ੁਰੂ ਕਰਨਾ, ਬੁੱਧਵਾਰ ਅੱਜ ਹੀ ਸੀਗਾ ਜੀ, ਫਿਰ ਅੱਜ ਕਰ ਦੇਣਾ ਸੀ। ਅੱਜ ਕਰਤਾ ਹੁਣ ਜੀ, ਪਤਾ ਕੀਤਾ ਜੇ ਕਰਦਾ ਹੋਊਗਾ ਤਾਂ ਫਿਰ ਵਧੀਆ ਗੱਲ ਆ, ਜੇ ਨਹੀਂ ਕੀਤਾ ਤੇ ਜਦ ਤੱਕ ਇਹ ਉਪਾਅ ਨਹੀਂ ਹੋਊਗਾ ਉਦੋਂ ਤੱਕ ਤੁਸੀਂ ਦੂਸਰੇ ਉਪਾਅ ਸ਼ੁਰੂ ਨਹੀਂ ਕਰਨੇ। ਠੀਕ ਆ ਜੀ, ਠੀਕ ਹੈ, ਠੀਕ ਆ ਨਾ। ਤੇ ਜੇ ਤੁਹਾਨੂੰ ਆ ਜਿਹੜੇ ਹੋਰ ਕੁਐਸਚਨ ਹੈਗੇ ਵੀ ਕਿੱਥੇ ਕਰਨਾ ਕੀ ਕਰਨਾ ਆ, ਜਿੱਦਾਂ ਦੀਆਂ ਗੱਲਾਂ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਨੂੰ ਡਿਟੇਲ 'ਚ ਦੱਸਾਂ, ਫਿਰ ਤੁਹਾਨੂੰ ਆਫ ਏਅਰ ਗੱਲ ਕਰਨੀ ਪਊਗੀ। ਫੀਡਬੈਕ ਨੰਬਰ ਤੁਹਾਨੂੰ ਪਤਾ ਆ, ਤੁਸੀਂ ਉੱਤੇ ਗੱਲ ਕਰ ਸਕਦੇ ਹੋ। ਹਾਂਜੀ ਹੈਗਾ ਜੀ, ਮੈਂ ਡੈਫੀਨਿਟਲੀ ਤੁਹਾਨੂੰ ਉੱਤੇ ਜਿਹੜਾ ਹੈਗਾ ਉਹਦੇ ਬਾਰੇ ਗਾਈਡ ਕਰ ਦੂੰਗਾ, ਕੋਈ ਸਮੱਸਿਆ ਨਹੀਂ ਹੈਗੀ। ਇੱਕ ਤਾਂ ਇਹ ਦੂਜਾ ਕੰਨ ਬਣਾਉਣ ਨੂੰ ਕਹਿੰਦਾ, ਕੰਨ ਬਣਾ ਸਕਦਾ ਜੀ? ਕੰਨ ਬਣਾਉਣ ਨੂੰ ਹਾਂਜੀ, ਉਹਦਾ ਸਰੀਰ ਆ ਜੀ, ਕੰਨ ਨੱਕ ਬਾਹਾਂ ਜੋ ਮਰਜ਼ੀ ਬਣਾ ਲਵੇ, ਅੱਖਾਂ ਬਣਾਵੇ, ਜੋ ਮਰਜ਼ੀ ਕਰੇ, ਕੋਈ ਸਮੱਸਿਆ ਨਹੀਂ ਆਪਾਂ ਨੂੰ। ਜਿਹੜਾ ਮਰਜ਼ੀ ਦਿਨ ਹੋਵੇ ਜੀ, ਜਿਹੜਾ ਮਰਜ਼ੀ ਦਿਨ ਹੋਵੇ ਜੀ, ਕਿਉਂਕਿ ਇਹ ਆਪਣੇ ਸ਼ੌਕ ਲਈ ਕਰ ਰਿਹਾ। ਗ੍ਰਹਿਾਂ ਵਿੱਚ ਇਦਾਂ ਦੀ ਕੋਈ ਕੰਡੀਸ਼ਨ ਨਹੀਂ ਹੈਗੀ। ਕਈ ਵਾਰੀ ਗ੍ਰਹਿਾਂ ਵਿੱਚ ਕੰਡੀਸ਼ਨ ਹੁੰਦੀ ਆ, ਪਰ ਇੱਥੇ ਕੋਈ ਇਹੋ ਜਿਹੀ ਕੰਡੀਸ਼ਨ ਨਹੀਂ ਹੈਗੀ ਕਿ ਤੁਸੀਂ ਆਹ ਨਹੀਂ ਕਰ ਸਕਦੇ ਆ। ਇਹ ਉਹਦਾ ਮੌਲਿਕ ਅਧਿਕਾਰ ਆ, ਉਹ ਜੋ ਮਰਜ਼ੀ ਕਰ ਸਕਦਾ ਆ। ਆਪਾਂ ਨੂੰ ਇਸ ਗੱਲ ਦੇ ਨਾਲ ਕੋਈ ਪ੍ਰੋਬਲਮ ਨਹੀਂ ਹੈਗੀ, ਇਹਦੇ ਗ੍ਰਹਿਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਤੇ ਤੁਹਾਨੂੰ ਜਿਹੜਾ ਫਿਰ ਪੁੱਛੇ ਕਦੋਂ ਪੁੱਛਿਆ ਜੀ, ਤੁਹਾਨੂੰ ਉਦਾਂ ਕਰੀਏ ਫੋਨ ਜੀ? ਤੁਸੀਂ ਜੀ ਆਫ ਏਅਰ ਮੇਰੇ ਨਾਲ ਫੀਡਬੈਕ ਨੰਬਰ ਤੁਹਾਡੇ ਕੋਲ ਹੋਣਾ ਜਾਂ ਨਹੀਂ ਹੈਗਾ ਤੇ ਅੱਜ ਫਿਰ ਤੁਹਾਡੀ ਸਕਰੀਨ ਤੇ 9:30 ਵਜੇ ਤੋਂ ਪਹਿਲਾਂ ਆਏਗਾ, 5 ਮਿੰਟ ਪਹਿਲਾਂ ਉਹਨੂੰ ਨੋਟ ਕਰਕੇ ਉੱਥੇ ਕੰਟੈਕਟ ਕਰ ਲਿਓ, ਫਿਰ ਆਪਾਂ ਦੇਖ ਲਵਾਂਗੇ ਕਦੋਂ ਹੋ ਸਕਦਾ। ਠੀਕ ਹੈ ਨਾ, ਉੱਤੇ ਹੀ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਮਿਲ ਸਕਦੀ ਹੈ। ਤੁਸੀਂ ਅੱਜ ਵੀ ਗੱਲ ਕਰ ਸਕਦੇ ਹੋ, ਪ੍ਰੋਗਰਾਮ ਤੋਂ ਬਾਅਦ ਇਮੀਡੀਏਟਲੀ ਤੁਸੀਂ ਕਾਲ ਕਰ ਸਕਦੇ ਹੋ। ਮੇਰੀ ਟੀਮ ਦਾ ਮੈਂਬਰ ਕੋਈ ਨਾ ਕੋਈ ਤੁਹਾਡੇ ਨਾਲ ਗੱਲ ਕਰੇਗਾ, ਉਹ ਤੁਹਾਨੂੰ ਦੱਸ ਦੇਗਾ। ਭਾਜੀ ਇਹ ਪੁੱਛਣਾ ਸੀ, ਜਿਹੜਾ ਤੁਸੀਂ ਗੁਲਾਬ ਦਾ ਫੁੱਲ ਦੱਸਿਆ ਸੀ ਨਾ ਵੀ ਉਹ ਬਾਹਰ ਦੱਬਣਾ ਜ਼ਮੀਨ 'ਚ ਜਾਂ ਵੀ? ਮੈਨੂੰ ਇਸ ਵੇਲੇ ਮੈਂ ਇਸ ਗੱਲ ਦੇ ਉੱਤੇ ਕਮੈਂਟ ਨਹੀਂ ਕਰ ਰਿਹਾ, ਮੈਂ ਤੁਹਾਨੂੰ ਕੋਈ ਵੀ ਕਮੈਂਟ ਕਰ ਵੀ ਨਹੀਂ ਸਕਦਾ। ਮੈਂ ਤੁਹਾਨੂੰ ਇਹੀ ਕਿਹਾ ਸੀ ਵੀ ਘਰ ਦੇ ਅੰਦਰ ਹੀ ਸ਼ਾਇਦ ਕਿਹਾ ਸੀਗਾ, ਪਰ ਮੈਂ ਕੁਝ ਗੱਲਾਂ ਜਿਹੜੀਆਂ ਹੁੰਦੀਆਂ ਵੀ ਜਿਹੜੀਆਂ ਵੀ ਜਿੱਥੇ ਕੋਈ ਸ਼ੱਕ ਨਾ ਕਰੇ, ਹਨਾ। ਦੇਖੋ ਗੱਲ ਇਦਾਂ ਹੁੰਦੀ ਆ ਵੀ ਆਪਾਂ ਕੁਝ ਗੱਲਾਂ ਇੱਥੇ ਆਫ ਕਮ ਸਾਨੂੰ ਅਲਾਉ ਨਹੀਂ ਕਰਦਾ ਹੈਗਾ, ਸੋ ਮੈਂ ਤੁਸੀਂ ਉਹ ਬੈਟਰ ਆ ਕਿ ਜੇ ਤੁਸੀਂ ਹੋਰ ਉਹਦੇ ਬਾਰੇ ਕੋਈ ਡਿਟੇਲ 'ਚ ਜੇ ਤੁਹਾਨੂੰ ਕੋਈ ਨਹੀਂ ਸੋਰਸ ਮਿਲ ਰਿਹਾ, ਕਿੱਦਾਂ ਹੋ ਸਕਦਾ, ਕੀ ਹੋ ਸਕਦਾ, ਮੈਂ ਤੁਹਾਨੂੰ ਉਪਾਅ ਬਦਲ ਕੇ ਦੱਸ ਦੇਵਾਂ। ਜੇ ਉਹ ਪੋਸੀਬਲ ਨਹੀਂ ਹੋਇਆ ਤੇ ਤੁਸੀਂ ਉਹ ਕਰ ਲਿਓ, ਪਰ ਆਪਾਂ ਕੋਈ ਵੀ ਚੀਜ਼ ਜਿਹੜੀ ਆ ਉਹ ਕਿਉਂਕਿ ਇਹਦਾ ਜਿਹੜਾ ਸਿਤਾਰਾ ਆ ਉਹ ਕਾਨੂੰਨੀ ਤੌਰ ਤੇ ਕਮਜ਼ੋਰ ਆ। ਐਵੇਂ ਕੋਈ ਗਲਤੀ ਕਰ ਬੈਠੋ, ਐਵੇਂ ਕੁਝ ਗਲਤ ਕਰੋ ਤੇ ਲੈਣੇ ਦੇ ਦੇਣੇ ਪੈ ਜਾਣ, ਆਪਾਂ ਉਹ ਕਰਨਾ ਨਹੀਂ ਚਾਹੁੰਦੇ। ਠੀਕ ਨਹੀਂ, ਇਸ ਗੱਲ ਦਾ ਆਪਾਂ ਖਿਆਲ ਰੱਖਣਾ, ਕਿਉਂਕਿ ਪਹਿਲੋਂ ਹੀ ਸਿਤਾਰਾ ਬਹੁਤ ਕਮਜ਼ੋਰ ਆ। ਹੋਰ ਸਮੱਸਿਆਵਾਂ ਕ੍ਰੀਏਟ ਕਰ ਲਓਗੇ, ਫਾਇਦਾ ਕੋਈ ਨਹੀਂ। ਠੀਕ ਹੈ ਜੀ। ਸੋ ਇਸ ਕਰਕੇ ਮੈਂ ਕਹਿ ਰਿਹਾ ਬੈਟਰ ਆ ਕਿ ਤੁਸੀਂ ਆਫ ਏਅਰ ਗੱਲ ਕਰਿਓ, ਮੈਂ ਤੁਹਾਨੂੰ ਇਹਦੇ ਬਾਰੇ ਜੋ ਵੀ ਗਾਈਡਲਾਈਨ ਹੋਊਗੀ ਮੈਂ ਤੁਹਾਨੂੰ ਦੇ ਦੂੰਗਾ। ਠੀਕ ਹੈ ਭਾਜੀ, ਠੀਕ ਹੈ ਜੀ। ਹੋਰ ਸੇਵਾ ਦੱਸੋ, ਕੋਈ ਹੋਰ ਗੱਲ? ਹੈਲੋ, ਹਾਂਜੀ ਹਾਂਜੀ ਭਾਈ, ਇੱਕ ਡੇਟ ਬਾਰ ਹੋਰ ਦਵਾਂ ਜੀ? ਜੀ ਜੀ, 20/4/79। 20/4/79। ਹਾਂਜੀ, ਓਕੇ। ਟਾਈਮ 11:30 ਵਜੇ ਰਾਤ ਦਾ ਜੀ। ਓਕੇ, ਤੇ ਪਲੇਸ ਆਫ ਬਰਥ? ਜਲੰਧਰ ਜੀ।
ਨਾਂ ਦਾ ਪਹਿਲਾ ਅੱਖਰ ਦੇ ਦਿਓ। ਜੀ ਹਾਂਜੀ ਜੀ ਜੇ। ਹਾਂਜੀ ਓਕੇ, ਮੇਲ ਫੀਮੇਲ? ਮੇਲ ਮੇਲ, ਓਕੇ ਜੀ। ਭਾਜੀ ਨੇ ਅੱਜ ਪਛਾਣਿਆ ਨਹੀਂ। ਇਸ ਤਰੀਕੇ ਨਾਲ ਆ, ਮੈਂ ਸ਼ਾਇਦ ਆਪਣੀ ਤੁਹਾਡੇ ਬਾਰੇ ਵੀ ਗੱਲ ਹੋਈ ਸੀਗੀ ਪਿਛਲੀ ਵਾਰੀ, ਹਾਂਜੀ ਤੇ ਮੈਂ ਤੁਹਾਨੂੰ ਕਿਹਾ ਸੀ ਕਿ ਤੁਹਾਡੇ ਹੁਣ ਜਿਹੜੇ ਸਿਤਾਰੇ ਆ ਉਹ ਜਿਸ ਜ਼ੋਨ 'ਚ ਚੱਲ ਰਿਹਾ ਉਹਦੇ ਵਿੱਚ ਆਪਾਂ ਅਗਰ ਕੋਈ ਵੀ ਐਕਸ਼ਨ ਲੈਂਦੇ ਆ ਹਾਂਜੀ ਤੇ ਨਾ ਆਪਾਂ ਅੱਗੇ ਜਾ ਸਕਦੇ ਨਾ ਪਿੱਛੇ ਜਾ ਸਕਦੇ ਆ। ਤੁਹਾਡੀ 20 ਅਪ੍ਰੈਲ ਨੂੰ ਤੁਹਾਡਾ ਬਰਥਡੇ ਹੈਗਾ ਆ ਤੇ ਤੁਹਾਨੂੰ ਹਲੇ ਥੋੜਾ ਇੰਤਜ਼ਾਰ ਕਰਨਾ ਚਾਹੀਦਾ। ਪ੍ਰੈਜ਼ੈਂਟ ਟਾਈਮ ਦੇ ਵਿੱਚ ਤੁਹਾਨੂੰ ਮੈਂ ਉਪਾਅ ਪਿਛਲੀ ਵਾਰੀ ਦੇ ਦਿੱਤਾ ਸੀ ਛੋਟਾ ਜਿਹਾ ਇੱਕ। ਨਹੀਂ ਦਿੱਤਾ ਨਹੀਂ ਸੀ ਜੀ। ਅੱਛਾ, ਕੀ ਗੱਲ ਹੋ ਗਈ ਸੀ ਉਦੋਂ? ਪਤਾ ਨਹੀਂ ਦਿੱਤਾ ਨਹੀਂ ਸੀ ਪਾ ਕੋਈ। ਉਪਾਅ ਕੋਈ ਨਹੀਂ ਦਿੱਤਾ ਮੈਂ? ਨਹੀਂ ਜੀ। ਇਦਾਂ ਕਿੱਦਾਂ ਹੋ ਸਕਦਾ? ਉਪਾਅ ਤਾਂ ਜ਼ਰੂਰ ਦਿੱਤਾ ਹੋਣਾ। ਚਲੋ ਖੈਰ ਐਨੀਵੇ, ਤੁਹਾਨੂੰ ਮੈਂ ਸ਼ਾਇਦ ਉਪਾਅ ਦੇ ਵਿੱਚ ਕਿਹਾ ਸੀਗਾ, ਜਿੱਥੇ ਤੱਕ ਮੈਨੂੰ ਯਾਦ ਹੈ। ਜੇ ਨਹੀਂ ਕਿਹਾ ਤੇ ਤੁਸੀਂ ਹੁਣ ਦੁਬਾਰਾ ਕਰ ਲਓ। ਹਾਂਜੀ ਮੈਂ ਤੁਹਾਨੂੰ ਇਹ ਕਹਿਣਾ ਚਾਹੂੰਗਾ, ਗੋਲਡ ਖਰੀਦ ਲਓ, ਕੁਛ ਵੀ ਸੋਨੇ ਦਾ ਖਰੀਦੋ, ਤੁਹਾਡੇ ਲਈ ਮੁਬਾਰਕ ਹੋਏਗਾ। ਹਾਂਜੀ ਠੀਕ ਹੈ, ਸੋਨਾ ਖਰੀਦ ਲਓ ਇਸ ਵੇਲੇ, ਇਹੀ ਇੱਕ ਉਪਾਅ ਤੁਹਾਡੇ ਲਈ ਜਿਹੜਾ ਉਹ ਫੇਵਰੇਬਲ ਹੋ ਸਕਦਾ ਆ। ਹਾਂਜੀ ਤੇ ਬਾਕੀ ਉਪਾਅ ਆਪਾਂ ਕੁਛ ਨਹੀਂ ਕਰਨੇ ਹੈਗੇ, ਕਿਉਂਕਿ ਹੁਣ ਆਪਾਂ ਫੈਬਰਵਰੀ ਦੇ ਲਗਭਗ ਅੱਧ 'ਚ ਆ ਗਏ ਆ ਹਾਂਜੀ ਤੇ ਹਲੇ ਮਹੀਨਾ ਡੇਢ ਮਹੀਨਾ, ਤੁਹਾਡੇ 2 ਮਹੀਨੇ ਦਾ ਟਾਈਮ ਹੈਗਾ ਤੁਹਾਡੇ ਸਾਲ ਵੱਲ ਨੂੰ। ਪਰ ਇਸ ਵੇਲੇ ਜੇ ਮੈਂ ਕੋਈ ਵੀ ਮੇਜਰ ਉਪਾਅ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੂੰਗਾ ਤੇ ਸ਼ਾਇਦ ਤੁਹਾਨੂੰ ਉਹਦੇ ਨਾਲ ਕੋਈ ਜ਼ਿਆਦਾ ਫਾਇਦਾ ਨਾ ਹੋਵੇ, ਤੇ ਬੈਟਰ ਰਿਹਾ ਕਿ ਤੁਸੀਂ ਗੋਲਡ ਖਰੀਦ ਸਕਦੇ ਹੋ, ਖਰੀਦ ਲਓ, ਉਹ ਅੱਛਾ ਰਹੇਗਾ। ਸਿੰਪਲ ਉਪਾਅ ਕਰੋ ਬਸ, ਇਸ ਤੋਂ ਜ਼ਿਆਦਾ ਕੁਛ ਨਾ ਕਹੋ। ਤੇ ਦੂਜਾ, ਕਿਸੇ ਵੀ ਬੰਦੇ ਦੇ ਨਾਲ ਆਰਗੂਮੈਂਟ ਨਾ ਕਰੋ, ਚਾਹੇ ਕੰਮ ਤੇ ਆ ਚਾਹੇ ਕੋਈ ਪਰਿਵਾਰਕ ਮੈਂਬਰ ਆ। ਇੱਦਾਂ ਦੀਆਂ ਚੀਜ਼ਾਂ ਤੋਂ ਬਚਣ ਦੀ ਕੋਸ਼ਿਸ਼ ਕਰੋ। ਆਰਗੂਮੈਂਟ ਤੁਹਾਡੇ ਲਈ ਹਾਨੀਕਾਰਕ ਸਿੱਧ ਹੋ ਸਕਦੇ ਆ। ਠੀਕ ਹੈ ਜੀ। ਠੀਕ ਹੈ ਨਾ, ਐਵੇਂ ਕੋਈ ਆਪਾਂ ਨੂੰ ਨੋਟਿਸ ਆ ਜਾਊ, ਕੋਈ ਕਹਿ ਦੂਗਾ ਜੀ ਮੈਨੂੰ ਇਹਨੇ ਗਲਤ ਕਹਿਤਾ, ਕੋਈ ਫਾਇਦਾ ਕੋਈ ਨਹੀਂ ਹੈਗਾ। ਸੋ ਸਾਲ ਤੁਹਾਡਾ ਮੁੱਕਣ ਦੇ ਉੱਤੇ ਹੈਗਾ ਆ। ਇਹ ਨਾ ਹੋਵੇ ਕਿ ਆਪਾਂ ਕੋਈ ਇਹੋ ਜਿਹੀ ਗੱਲ ਕਰ ਬੈਠੀਏ ਤੇ ਇਹ ਜਾਂਦਾ ਜਾਂਦਾ ਜਿਹੜਾ ਆਪਾਂ ਨੂੰ ਨੁਕਸਾਨ ਕਰ ਜਾਵੇ, ਤੇ ਨੁਕਸਾਨ ਤੋਂ ਬਚਣ 'ਚ ਹੀ ਫਾਇਦਾ ਹੁੰਦਾ ਆ। ਠੀਕ ਹੈ ਠੀਕ ਹੈ। ਹਾਂ, ਜੇ ਤੁਸੀਂ ਗੱਡੀ ਗੁੱਡੀ ਕੋਈ ਲੈਣੀ ਆ, ਕੋਈ ਕੁਛ ਕਰਨਾ, ਤਾਂ ਉਹ ਤੁਸੀਂ ਕਰ ਸਕਦੇ। ਇੱਦਾਂ ਦੇ ਕੰਮਾਂ ਵਿੱਚ ਤੁਹਾਨੂੰ ਫਾਇਦਾ ਹੋ ਸਕਦਾ ਹੈ। ਗੋਲਡ ਉਪਾਅ ਦੇ ਰੂਪ 'ਚ ਲੈ ਲਓ। ਜੇ ਗੱਡੀ ਚੇਂਜ ਕਰਨੀ ਆ, ਉਹਦੇ ਵਿੱਚ ਕੋਈ ਚੇਂਜ ਕਰ ਲਈ ਹੈ ਜੀ। ਕੁਛ ਵੀ ਕਰਨਾ ਉਹ ਤੁਸੀਂ ਕਰ ਲਓ, ਤੁਹਾਡੇ ਲਈ ਫਾਇਦੇ ਵਾਲਾ, ਉਹਦੇ ਵਿੱਚ ਕੋਈ ਨੁਕਸਾਨ ਨਹੀਂ ਹੈਗਾ। ਸੋਨੇ ਦਾ ਕੁਛ ਵੀ ਲੈ ਲਈਏ ਜੀ, ਮੁੰਦੀ ਲੈ ਲਈਏ, ਜੋ ਮਰਜ਼ੀ ਲਾ ਲਓ ਜੀ। ਗੋਲਡ ਦਾ ਗੋਲਡ ਹੀ ਆ, ਪਰ ਪਲੇਨ ਗੋਲਡ ਹੋਵੇ। ਇਹ ਖਾਸ ਖਿਆਲ ਰੱਖਣਾ ਆ ਕਿ ਉਹਦੇ ਵਿੱਚ ਜੈਮ ਸਟੋਨ ਨਾ ਲੱਗੇ ਹੋਣ, ਕੋਈ ਵੀ ਆਰਟੀਫਿਸ਼ਲ ਆ ਚਾਹੇ ਓਰੀਜਨਲ ਆ, ਜਾਂ ਕਈ ਵਾਰੀ ਉਹਨਾਂ ਵਿੱਚ ਕਲਰਿੰਗ ਹੁੰਦੀ ਕਿ ਮਲਟੀ ਕਲਰਸ ਹੁੰਦੇ ਆ, ਕਈ ਵਾਰੀ ਉਹਨਾਂ ਵਿੱਚ ਲੱਗਿਆ ਹੁੰਦਾ, ਉਹ ਨਹੀਂ ਲੈਣੇ ਹੈਗੇ। ਹਾਂਜੀ ਪਲੇਨ ਗੋਲਡ ਲੈ ਲਓ, ਜਿਹਦੇ ਵਾਸਤੇ ਮਰਜ਼ੀ ਲੈ ਲਓ। ਹੱਥ 'ਚ ਪਾਉਣ ਲਈ ਲੈ ਲਓ, ਗਲ 'ਚ ਪਾਉਣ ਲਈ ਲੈ ਲਓ, ਕੋਈ ਛਾਪ ਲੈ ਲਓ, ਕੋਈ ਕੰਨਾਂ 'ਚ ਪਾਉਣ ਲਈ ਲੈ ਲਓ, ਜੋ ਵੀ ਤੁਸੀਂ ਕਰ ਸਕਦੇ ਹੋ ਕਰ ਲਓ। ਕੰਨਾਂ ਜੀ ਪਾ ਸਕਦੇ ਜੀ? ਹਾਂਜੀ, ਕੰਨਾਂ ਲਈ ਤੁਸੀਂ ਨਹੀਂ ਪਾ ਸਕਦੇ, ਤੁਹਾਡੀ ਵਾਈਫ ਪਾ ਸਕਦੀ ਆ। ਗੋਲਡ ਦਾ ਘਰੇ ਹੀ ਹੋਣਾ। ਨਹੀਂ ਮਤਲਬ ਮੈਂ ਵੀ ਕੰਨ ਬਣਾ ਕੇ ਪਾ ਸਕਦਾ ਜੀ? ਕੀ ਗੱਲ? ਹਾਂ, ਪਲਾਮ ਬਣਾ ਸਕਦੇ ਹੋ ਜੀ, ਤੁਸੀਂ ਬਣਾ ਸਕਦੇ ਹੋ, ਤੁਸੀਂ ਵੀ ਕੰਨ ਬਣਾ ਸਕਦੇ ਹੋ। ਵਾਈਫ ਤਾਂ ਤਿਆਰ ਬੈਠੀ ਹੈ ਜੀ। ਵਾਈਫ ਆਪਣੇ ਕੰਨਾਂ ਲਈ ਤਿਆਰ ਬੈਠੀ ਕਿ ਤੁਹਾਡੇ ਕੰਨ ਬਣਾਉਣ ਲਈ ਤਿਆਰ ਬੈਠੀ ਆਪਣੇ ਹੈ? ਲਈ ਬੈਠੀ ਹੈ। ਅੱਛਾ, ਵਾਈਫ ਦੇ ਲਈ, ਉਹਨੂੰ ਵੀ ਲੈ ਦਿਓ, ਆਪਣੇ ਲਈ ਵੀ ਲੈ ਲਓ, ਚੰਗੀ ਗੱਲ ਆ। ਠੀਕ ਹੈ ਜੀ। ਘਰ ਦੇ ਵਿੱਚ ਆਦਮੀ ਕਹਿੰਦਾ ਜੀ ਮੈਂ ਲక్ష్ਮੀ ਕਦੋਂ ਬਣੂੰਗਾ, ਜਦੋਂ ਮੇਰੇ ਕੋਲ ਹਜ਼ਾਰਾਂ ਲక్ష్ਮੀਆਂ ਆਉਣਗੀਆਂ ਜਾਂ ਹਜ਼ਾਰਾਂ ਵਿੱਚ ਆਊਗੀ। ਘਰ ਦੇ ਵਿੱਚ ਜਿਹੜੀ ਇੱਕ ਲక్ష్ਮੀ ਬੈਠੀ ਉਹ ਸਾਹਮਣੇ ਹੁੰਦੀ ਕਈ ਵਾਰੀ, ਉਹ ਨਾ ਇੰਨਾ ਹੁੰਦਾ ਹਜ਼ਾਰਾਂ ਲక్ష్ਮੀਆਂ ਲੈਣ ਨੂੰ ਬੰਦਾ ਤਿਆਰ ਹੁੰਦਾ ਆ। ਸੋ ਕੋਸ਼ਿਸ਼ ਇਹ ਕਰੋ ਵੀ ਘਰ ਦੀ ਲక్ష్ਮੀ ਵੀ ਖੁਸ਼ ਰਵੇ, ਜਿਹੜੀ ਲక్ష్ਮੀਪਤੀ ਹੋਣਾ ਉਹ ਵੀ ਜ਼ਰੂਰੀ ਆ, ਉਹਨੂੰ ਖੁਸ਼ ਰੱਖਣਾ ਵੀ ਜ਼ਰੂਰੀ ਆ, ਤੇ ਜਿਹੜਾ ਸਾਨੂੰ ਪਦਾਰਥ ਚਾਹੀਦੇ ਉਹ ਵੀ ਜ਼ਰੂਰੀ ਆ। ਸੋ ਕੋਸ਼ਿਸ਼ ਕਰੋ ਵੀ ਸਾਰਿਆਂ ਨੂੰ ਮੇਨਟੇਨ ਕਰਨ ਦੀ ਕੋਸ਼ਿਸ਼ ਕਰੋ। ਤੇ ਮੈਂ ਲਾਸਟ ਟਾਈਮ ਇਹੀ ਕਿਹਾ ਸੀਗਾ ਕਿ ਤੁਹਾਡਾ ਇੱਕ ਸਿਤਾਰਾ ਆ ਵੀ ਗੁੱਸੇ ਤੋਂ, ਆਰਗੂਮੈਂਟ ਤੋਂ ਬਚੋ, ਕਿਉਂਕਿ ਤੁਹਾਡਾ ਸਿਤਾਰਾ ਜਿਹੜਾ ਹੈ ਹਸਬੈਂਡ ਵਾਈਫ ਦੇ ਵਿੱਚ ਆਰਗੂਮੈਂਟ ਕ੍ਰੀਏਟ ਕਰ ਸਕਦਾ ਆ। ਆਪੋ ਵਿੱਚ ਲੜਾਈ ਝਗੜਾ ਹੋ ਸਕਦਾ। ਇਹ ਨਾ ਹੋਵੇ ਬੋਰੀ ਬਿਸਤਰਾ ਜਾ ਕੇ ਤੁਸੀਂ ਬਾਹਰ ਜਾਓ, ਉਹ ਬਾਹਰ ਕਹੋ ਨਹੀਂ ਵੀ ਆਪਾਂ ਹੁਣ ਹੋ ਗਿਆ ਬਹੁਤ, ਪੇਸ਼ੈਂਸ ਆਪਣੀ ਖਤਮ ਹੋ ਗਈ ਆ। ਸੋ ਕੋਸ਼ਿਸ਼ ਕਰੋ ਖੁਸ਼ ਰਹੋ ਜਿੰਨਾ ਵੀ ਹੋ ਸਕਦਾ, ਹੱਸ ਕੇ ਖੇਡ ਕੇ, ਜਿੱਦਾਂ ਵੀ ਤੁਸੀਂ ਆਪਣੇ ਆਪ ਨੂੰ ਮੇਨਟੇਨ ਕਰ ਸਕਦੇ ਹੋ। ਪਰਿਵਾਰਕ ਮਾਹੌਲ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰੋ। ਬਾਹਰ ਵੀ ਕਿਸੇ ਨਾਲ ਆਰਗੂਮੈਂਟ ਨਹੀਂ ਕਰਨੀ, ਕਿਉਂਕਿ ਸਿਤਾਰਾ ਤੁਹਾਡਾ ਵੀ ਸ਼ਾਇਦ ਬਿਗਨਿੰਗ 'ਚ ਆਪਾਂ ਕਿਹਾ ਕਿ ਪੁਲਿਸ ਨਾਲ ਰਿਲੇਟਡ ਕੋਈ ਹੋ ਸਕਦਾ ਹੈ ਬੈਕ ਹੋਮ, ਤੇ ਉਹ ਤੁਹਾਡੇ ਇੰਡੀਆ ਵਿੱਚ ਉਦੋਂ ਇਮੀਡੀਏਟਲੀ ਕੁਛ ਇੱਦਾਂ ਦੀਆਂ ਕੰਡੀਸ਼ਨਸ ਹੋ ਗਈਆਂ ਸੀਗੀਆਂ। ਤੇ ਚਲੋ ਪ੍ਰਮਾਤਮਾ ਦੀ ਮਿਹਰ ਨਾਲ ਚਲੋ ਠੀਕ ਹੈ, ਜਦੋਂ ਬੰਦਾ ਸਹੀ ਹੁੰਦਾ ਜਾਂ ਕੋਈ ਬੰਦਾ ਗੁਨਾਹਗਾਰ ਨਹੀਂ ਹੁੰਦਾ ਤਾਂ ਉਹ ਬਚਾਅ ਵੀ ਕਰ ਲੈਂਦਾ, ਜਾਂ ਜੁਗਾੜ ਲੱਗ ਜਾਂਦਾ, ਜਿੱਦਾਂ ਆਪਾਂ ਕਹੀਏ ਪੰਜਾਬੀ 'ਚ, ਹੈ ਨਾ। ਸੋ ਤੁਸੀਂ ਜੁਗਾੜ ਲਾ ਲੈਂਦੇ ਹੋ, ਬਹੁਤ ਵਧੀਆ, ਕੋਈ ਗੱਲ ਨਹੀਂ। ਜੁਗਾੜ ਤੁਹਾਡੇ ਲੱਗ ਜਾਂਦੇ ਬਹੁਤ ਵਧੀਆ, ਠੀਕ ਆ। ਪਰ ਫਿਰ ਵੀ ਮੈਂ ਇਹ ਕਹੂੰਗਾ ਕਿ ਪਰੇਸ਼ਾਨੀਆਂ ਨੇ ਤੁਹਾਡਾ ਸਾਥ ਨਹੀਂ ਛੱਡਣਾ ਹੈਗਾ। ਹਲੇ ਤੁਹਾਨੂੰ ਕਾਫੀ ਲੰਬਾ ਸਫ਼ਰ ਜਿਹੜਾ ਤੈਅ ਕਰਨਾ ਪੈਣਾ ਇਹਨਾਂ ਦਿੱਕਤਾਂ 'ਚੋਂ ਬਾਹਰ ਆਉਣ ਦੇ ਲਈ। ਹਲੇ ਹੋਰ ਕਾਫੀ ਲੰਬਾ ਚੌੜਾ ਸਮਾਂ ਹੈਗਾ ਆ। ਜੇ ਆਪਾਂ ਉਹਨੂੰ ਦੇਖੀਏ ਤੇ ਆਉਣ ਵਾਲੇ 7 ਸਾਲ ਦਾ ਸਮਾਂ ਜਿਹੜਾ ਹੈ ਹਲੇ ਉਹ ਤੁਹਾਡੇ ਲਈ ਇੱਦਾਂ ਦੀਆਂ ਜਿਹੜੀਆਂ ਉਲਝਣਾਂ ਹੈਗੀਆਂ, ਕਦੀ ਭਰਾਵਾਂ ਵੱਲੋਂ, ਕਦੀ ਆਪਣੇ ਵੱਲੋਂ, ਕਦੀ ਕੰਮ ਤੇ, ਕਦੀ ਮਾਂ-ਬਾਪ ਵੱਲੋਂ, ਇੱਦਾਂ ਜਿਹੜੀ ਉਲਝਣ ਆਏ ਤੁਹਾਡੇ ਆਉਣ ਵਾਲੇ ਹਲੇ 7 ਸਾਲ ਦਾ ਟਾਈਮ ਮੈਨੂੰ ਲੱਗ ਰਿਹਾ ਜਿਹਦੇ ਵਿੱਚ ਤੁਸੀਂ ਫਸੇ ਹੋਏ ਹੋ। ਤੁਸੀਂ ਇੱਦਾਂ ਕਰੋ, ਹੋਲਡ ਕਰੋ, ਆਪਾਂ ਇੱਕ ब्रेक ले रहे हैं, मैं तो ना ब्रेक च गल कर। स्वागत है आप सभी का ब्रेक के उस पार। मैं हाजिर हूँ आपके साथ बात कर रहा हूँ। इस प्रोग्राम में भाग लेना चाहते हैं, मेरे साथ बात करना चाहते हैं, नंबर है आपकी स्क्रीन के ऊपर, इस नंबर को डायल कर आप मेरे साथ बात कर सकते हैं। मेरा और आपका साथ रहेगा पूरे 9:30 बजे तक।
अभी हम बात कर रहे थे ब्रेक में भी कॉलर के साथ कि समस्याएं या किसी चीज़ को दबा देना या समझना, लेकिन ज़िंदगी को इस तरह से हम नहीं कर सकते हैं। ज़िंदगी उतार चढ़ाव का एक नाम है, इसमें आए दिन कुछ ना कुछ मुश्किलें तो हमारे सामने आती हैं। अगर खुशी है तो गमी भी साथ चलती है, अगर गमी है तो खुशी भी साथ में ही रहती है। कुछ ना कुछ ऐसा चलता रहता है। हम किसी भी चीज़ को एक परमानेंट पोजीशन पे नहीं ला सकते। कभी भी आपके सामने कोई व्यवस्था हो, उसके लिए आपको तैयार रहना चाहिए, ये बहुत ज़रूरी है। तो हम बात कर रहे थे कानूनी मसले में अगर आपकी कोई समस्या है तो निश्चित ही अपने वकील साहब से, बैरिस्टर साहब से आप बात करेंगे तो निश्चित ही आपको लाभ होगा। और ये समस्याएं जो हमारे जीवन का अंग है, आपको प्राथमिकता किसे देनी है। समस्याएं अगर सेहत से जुड़ी हैं तो हमारे पास डॉक्टर हैं, अगर कानून से जुड़ी हैं तो वकील साहब हैं, एक फाइनेंस से जुड़ी हैं तो फाइनेंशियल एक्सपर्ट हैं उनसे आप बात करें। अगर कोई भी निदान नहीं है तो एस्ट्रोलॉजी और बहुत सारे ऐसे जरिए हैं जिनके माध्यम से हम कई बार थक जाते हैं तो हम सोचते हैं कि कहीं ना कहीं से कोई रास्ता मिले। एस्ट्रोलॉजी एक ऐसा ही स्तंभ कहें या एक ऐसा ही मार्गदर्शन है जिसके माध्यम से हम कई बार बहुत सारी स्थितियों को जान लेते हैं। जाने अनजाने जो चीज़ें हम करते हैं जी हमें पूर्वानुमान दे देता है कि किस तरह से हम इस समय को अपने लिए प्लान करें ताकि जो दिखते हैं वो कहीं ना कहीं हमारे रास्ते में आए जरूर, लेकिन हम उसको अच्छी तरह से लांघ सकें, पार हो सकें। इस तरह से ही जीवन को चलाया जाता है। हमारे साथ जुड़े हैं अगले कॉल, उनसे बात करेंगे। हेलो जी। हेलो हेलो सत श्री अकाल भाजी। सत श्री अकाल जी। हाँ जी भाजी, मैं गल करनी ਸੀ ਤੁਹਾਡੇ ਨਾਲ। जी जी। हाँ जी, मेरी डेट ऑफ बर्थ ਉਹਦਾ सही तो नहीं गई। सही नहीं हैगी। हाँ जी, ਉਹਦਾ मैं ਤੁਹਾਨੂੰ ਦੱਸ ਦਿੰਦਾ। 7961 ਆ। 7962 61 61 ओके। हाँ जी ठीक है। ਤੇ ਨਾਂ ਹੈਗਾ ਮੇਰਾ ਜੀ ਆ ਪਹਿਲਾਂ। ओके। ਤੇ ਪਿੰਡ ਦਾ ਜੰਮਿਆ ਰੰਧਾਵਾ ਪਿੰਡ ਆ, ਡਿਸਟ੍ਰਿਕਟ ਕਪੂਰਥਲਾ। रंधावा ठीक है जी। हाँ जी, ਤੇ ਕੰਮ ਯਾਰ ਬਹੁਤ ਠੰਡਾ, ਪਰੇਸ਼ਾਨੀ ਆ। ਠੀਕ ਹੈ, ਨੋ ਪ੍ਰੋਬਲਮ। ਆਪਾਂ ਉਹਦੇ ਵਿੱਚ ਜੋ ਵੀ ਹੋ ਸਕਦਾ ਆ ਜਾਣਨ ਦੀ ਭਾਜੀ ਕੋਸ਼ਿਸ਼ ਕਰਦੇ ਹਾਂ ਵੀ ਕੀ ਆਪਾਂ ਇਹਦੇ ਵਿੱਚ ਤੁਹਾਡੀ ਹੈਲਪ ਕਰ ਸਕਦੇ ਹਾਂ। ਨੋ ਪ੍ਰੋਬਲਮ। ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਤਾਂ ਕਾਲ ਕਰ ਰਿਹਾ, ਮੈਂ ਕੀਤਾ ਨਹੀਂ ਹਾਲੇ ਤੱਕ ਤਾਂ ਨਾ। ਮਤਲਬ ਸ਼ੁਕਰੀਆ ਭਾਜੀ ਜੀ, ਤੁਸੀਂ ਇਸ ਗੱਲ ਦਾ ਮੈਨੂੰ ਮਾਣ ਦਿੱਤਾ ਕਿ ਤੁਸੀਂ ਜ਼ਿੰਦਗੀ 'ਚ ਪਹਿਲੀ ਵਾਰੀ ਕਾਲ ਕੀਤੀ ਤੇ ਮੈਂ ਹੀ ਤੁਹਾਡੇ ਡਿੱਕੇ ਆਇਆ। ਹੁਣ ਜਾਂ ਬਲੀ ਦਾ ਬੱਕਰਾ ਤੁਸੀਂ ਬਣੋਗੇ ਜਾਂ ਮੈਂ ਬਣੂੰਗਾ। ਚਲੋ ਦੋਵਾਂ ਚੋਂ ਕੋਈ ਨਾ ਕੋਈ ਤਾਂ ਬਣੂਗਾ ਹੀ। ਖੈਰ ਐਨੀਵੇ, ਆਪਾਂ ਬਲੀ ਦਾ ਬੱਕਰਾ ਨਹੀਂ ਬਣਨਾ, ਆਪਾਂ ਕੋਸ਼ਿਸ਼ ਕਰੀਏ ਚੀਜ਼ਾਂ ਨੂੰ ਸਮਝਣ ਦੀ ਕੀ ਆਪਾਂ ਇਹਦੇ ਵਿੱਚ ਕੀ ਕਰ ਸਕਦੇ ਹਾਂ। ਠੀਕ ਹੈ ਨਾ। ਤੋ ਤੁਹਾਡਾ ਸ਼ੁਕਰੀਆ, ਤੁਸੀਂ ਕਾਲ ਕੀਤੀ ਹੈ, ਪ੍ਰੋਗਰਾਮ ਤੁਹਾਡਾ ਸਵਾਗਤ ਹੈ। ਤੁਸੀਂ ਕੰਮਕਾਰ ਦੀ ਗੱਲ ਕੀਤੀ ਹੈ, ਤੁਸੀਂ ਜਨਰਲੀ ਕਹਿੰਦਾ ਕੰਮਕਾਰ ਠੰਡਾ ਆ। ਹੁਣ ਕੰਮਕਾਰ ਦੇ ਵਿੱਚ ਕਿੱਦਾਂ ਦੇ ਕੰਮਕਾਰਾਂ ਦੀ ਤੁਸੀਂ ਗੱਲ ਕਰ ਰਹੇ ਹੋ, ਇਹ ਬਸ ਕਲੀਅਰ ਕਰੋ, ਫਿਰ ਆਪਾਂ ਉਸ ਹਿਸਾਬ ਨਾਲ ਉਹਨੂੰ ਕਿਸ ਤਰੀਕੇ ਨਾਲ ਹੈਂਡਲ ਕਰਾਂਗੇ। ਮੈਂ ਮੋਟਰ ਮਕੈਨਿਕ ਦਾ ਮੋਬਾਈਲ ਮਕੈਨਿਕ ਆ। ਤੇ ਇਹ ਥੋੜਾ ਜਿਹਾ ਕੰਮ ਜਾਣੇ ਕਿ ਠੰਡਾ ਹੋਇਆ ਜਿੱਦਾਂ ਪਰੇਸ਼ਾਨੀ ਆ। ਤੇ ਇਹਦੇ ਬਾਰੇ ਪੁੱਛਣਾ ਸੀ ਕਿਦਾਂ ਠੀਕ ਹੈ, ਨੋ ਪ੍ਰੋਬਲਮ। ਮੈਨੂੰ ਬਸ ਇੰਨਾ ਕਿ ਇੱਕ ਚੀਜ਼ ਦੱਸ ਦਿਓ ਕਿ ਇਹ ਜਿਹੜੀਆਂ ਪਰੇਸ਼ਾਨੀਆਂ ਸੀਗੀਆਂ ਇਸ ਸਾਲ ਜੂਨ ਤੋਂ ਸ਼ੁਰੂ ਹੋਈਆਂ ਆ, ਮਈ ਜੂਨ ਤੋਂ ਸ਼ੁਰੂ ਹੋਈਆਂ ਆ, ਜਾਂ ਇਹ ਉਸ ਤੋਂ ਵੀ ਜ਼ਿਆਦਾ ਲੰਬਾ ਟਾਈਮ ਹੋ ਗਿਆ? ਨਹੀਂ, ਉਹ ਤੋਂ ਥੋੜਾ ਜਿਹਾ ਜ਼ਿਆਦਾ ਜਾਣ ਕੇ ਪਿਛਲੇ ਸਾਲ ਇਹਦਾ ਅਪ ਐਂਡ ਡਾਊਨ ਸੀਗਾ। ਓਕੇ। ਬਾਕੀ ਜੂਨ ਤੋਂ ਬਾਅਦ ਥੋੜਾ ਜਿਹਾ ਜ਼ਿਆਦਾ ਹੋਇਆ। ਜੂਨ ਤੋਂ ਬਾਅਦ ਜ਼ਿਆਦਾ ਹੋਇਆ, ਬਸ ਠੀਕ ਹੈ, ਇਹੀ ਆਪਾਂ ਕਨਫਰਮ ਕਰ। ਠੀਕ ਹੈ, ਮੈਂ ਤੁਹਾਨੂੰ ਭਾਜੀ ਆਪਾਂ ਜ਼ਿਆਦਾ ਤੁਹਾਡਾ ਟਾਈਮ ਨਹੀਂ ਲੈਂਦਾ, ਮੈਂ ਤੁਹਾਨੂੰ ਇੱਕ ਦੋ ਰੈਮਡੀਜ਼ ਦੇ ਦਿੰਦਾ ਆ। ਮੈਨੂੰ ਇੰਨਾ ਕੰਮ ਠੀਕ ਹੈ ਤੁਹਾਡਾ ਚੱਲੀ ਜਾਊਗਾ, ਮੈਂ ਇਹ ਨਹੀਂ ਕਹਿੰਦਾ ਵੀ ਬਹੁਤ ਫਲੋਰਿਸ਼ ਹੋ ਜਾਊਗਾ ਇੱਕਦਮ ਕਿੱਦਾਂ ਵੀ ਆ। ਸਥਿਤੀਆਂ ਖੈਰ ਹੈਗੀਆਂ ਆ, ਪਰ ਇਹਦੇ ਲਈ ਤੁਹਾਨੂੰ ਹਲੇ ਪਰਮਾਤਮਾ ਤੁਹਾਨੂੰ ਜੂਨ ਤੱਕ ਹੀ ਹਲੇ ਹੋਰ ਇੰਤਜ਼ਾਰ ਕਰਨਾ ਪੈਣਾ ਆ ਸਹੀ ਮਹੀਨੇ ਦੇ ਵਿੱਚ ਇਹਨੂੰ ਫੇਰ ਰਾਈਜ਼ ਕਰਨ ਦੇ ਲਈ। ਅੱਛਾ, ਮੁੜ ਕੇ ਟਰੈਕ ਤੇ ਆਉਣ ਦੇ ਲਈ ਜੂਨ ਤੱਕ ਹਲੇ ਸਮਾਂ ਤੁਹਾਨੂੰ ਇੰਤਜ਼ਾਰ ਕਰਨਾ। ਪਰ ਹੁਣ ਆ ਜਿਹੜਾ ਇਨ ਬਿਟਵੀਨ ਟਾਈਮ ਚੱਲ ਰਿਹਾ ਵੀ ਆਪਾਂ ਇਹਦੇ ਵਿੱਚ ਜਿਹੜਾ ਸਿਸਟਮ ਹੈ ਉਹ ਚੱਲੇ ਵੀ ਆਪਾਂ ਬਿਲਕੁਲ ਹੀ ਹੈਂਗ ਟੂ ਮਾਊਥ ਜਿਹੜਾ ਸਥਿਤੀ ਹੋਈ ਆ ਉਹ 'ਚ ਥੋੜ੍ਹਾ ਜਿਹਾ ਬਾਹਰ ਆ ਜੇ। ਇੰਨੀ ਕੁ ਤੁਹਾਡੀ ਮੈਂ ਹੈਲਪ ਕਰਨ ਦੀ ਕੋਸ਼ਿਸ਼ ਕਰਦਾ, ਤੁਸੀਂ ਉਹ ਉਪਾਅ ਕਰਨਾ ਸ਼ੁਰੂ ਕਰ ਦਿਓ, ਉਹਨਾਂ ਤੁਹਾਨੂੰ ਲਾਭ ਹੋ ਜਾਊਗਾ। ਅੱਛਾ, ਠੀਕ ਹੈ, ਇਹੀ ਮੈਂ ਤੁਹਾਡੀ ਹੈਲਪ ਕਰ ਸਕਦਾ ਇਸ ਵੇਲੇ। ਔਰ ਸਿੰਪਲ ਜਿਹਾ ਉਪਾਅ ਤੁਸੀਂ ਕਰਨਾ ਆ, ਕੋਸ਼ਿਸ਼ ਇਹ ਕਰੋ ਕਿ ਨੰਗੇ ਪੈਰ ਜੇ ਹੋ ਸਕਦਾ ਕਿਸੇ ਵੀ ਧਾਰਮਿਕ ਸਥਾਨ ਤੇ ਜਾਓ, ਸਿਰਫ ਮੱਥਾ ਟੇਕ ਕੇ ਆ ਜਾਣਾ, ਉੱਥੇ ਹੋਰ ਕੁਛ ਨਹੀਂ ਕਰਨਾ ਹੈਗਾ। ਮੱਥਾ ਟੇਕੋ, ਪ੍ਰਸ਼ਾਦ ਲਓ, ਵਾਪਸ ਆ ਜਾਓ। ਅੱਛਾ, ਹਫ਼ਤੇ 'ਚ 2 ਵਾਰੀ, ਹਫ਼ਤੇ 'ਚ 2 ਵਾਰੀ, ਹਫ਼ਤੇ 'ਚ 3 ਵਾਰੀ, ਹਫ਼ਤੇ 'ਚ 1 ਵਾਰੀ, ਜਦੋਂ ਵੀ ਜਾਣਾ ਆ ਉਦੋਂ ਤੁਸੀਂ ਬਸ ਇਹੀ ਕੰਮ ਕਰਨਾ, ਨੰਗੇ ਪੈਰੀ ਜਾਣਾ। ਬਈ ਤੁਸੀਂ ਬਿਲਕੁਲ ਜਿਹੜਾ ਹੈਗਾ ਜਰਾਬਾਂ ਵੀ ਨਹੀਂ ਪਾ ਕੇ ਜਾਣੀਆਂ, ਗੱਡੀ ਚਲਾ ਕੇ ਜਾ ਸਕਦੇ ਆ ਪਰ ਨੰਗੇ ਪੈਰ। ਚਲੋ, ਕਿਉਂਕਿ ਮੈਂ ਤੁਹਾਨੂੰ ਤਾਂ ਕੀਤਾ, ਮੈਂ ਤੁਹਾਡਾ ਲਾਸਟ ਟਾਈਮ ਸੈਕੰਡ ਟਾਈਮ ਤੁਹਾਡਾ ਪ੍ਰੋਗਰਾਮ ਦੇਖ ਰਿਹਾ ਜੀ, ਕਿਉਂਕਿ ਤੁਸੀਂ ਵਹਿਮਾਂ 'ਚ ਨਹੀਂ ਕਿਸੇ ਨੂੰ ਪਾ ਰਹੇ। ਇਹ ਚੀਜ਼ ਦਾ ਮੈਂ ਬਹੁਤ ਤੁਹਾਡਾ ਥੈਂਕ ਯੂ ਕਰ ਰਿਹਾ। ਚਲੋ, ਕੋਸ਼ਿਸ਼ ਕਰ ਰਿਹਾ ਭਾਜੀ, ਕਿਉਂਕਿ ਵਹਿਮ ਦਾ ਤਾਂ ਆਪਾਂ ਤਾਂ ਇਲਾਜ ਲਈ ਆਉਂਦੇ ਹਾਂ। ਮੈਂ ਇਹੀ ਕੋਸ਼ਿਸ਼ ਕਰਦਾ ਕਿ ਵਹਿਮ ਕਿਹੜੀ ਗੱਲ ਦਾ ਕਰੀਏ ਆਪਾਂ, ਦੱਸੋ। ਹਾਂਜੀ, ਕਿਉਂਕਿ ਜੀਵਨ ਹੈ ਇਹਦੇ ਵਿੱਚ ਉਤਾਰ ਚੜਾਅ ਸਾਰਿਆਂ ਲਈ ਆ ਭਾਜੀ। ਮੈਂ ਵੀ ਤੁਹਾਡੇ ਇਨਸਾਨ ਆ ਆਖਰ, ਮੇਰੀ ਜ਼ਿੰਦਗੀ ਵਿੱਚ ਵੀ ਤਕਲੀਫ ਆ, ਸਭ ਕੁਛ ਆ, ਪਰ ਆਪਾਂ ਉਹਨਾਂ ਤੋਂ ਡਰਨ ਦੀ ਲਿਆਏ ਜਾਂ ਆਪਾਂ ਨੂੰ ਵਹਿਮਾਂ 'ਚ ਲੈਣ ਦੀ ਬਜਾਏ ਆਪਾਂ ਕੋਸ਼ਿਸ਼ ਕਰੀਏ ਕਿ ਇੱਕ ਦੂਜੇ ਨਾਲ ਮਿਲ ਕੇ ਉੱਥੋਂ ਬਾਹਰ ਨਿਕਲੀਏ। ਠੀਕ ਹੈ ਨਾ। ਤੇ ਇਹੀ ਇੱਕ ਹੋਣਾ ਚਾਹੀਦਾ ਆ। ਤੇ ਇਸ ਵੇਲੇ ਜਿਹੜੀ ਸਥਿਤੀ ਆ ਉਹ ਇਹੀ ਆ ਕਿ ਜੂਨ ਤੱਕ ਤੁਹਾਨੂੰ ਇਹ ਲੈਣਾ ਪਊਗਾ।
ਤੇ ਹੁਣ ਦੀ ਜਿਹੜੀ ਸਥਿਤੀ ਉਹ 'ਚ ਜੇ ਤੁਸੀਂ ਬਾਹਰ ਆਉਣਾ ਚਾਹੁੰਦੇ ਸਿੰਪਲ ਜਿਹਾ ਟਾਸਕ ਤੁਸੀਂ ਕਰਨਾ ਵੀ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ, ਮੰਦਿਰ ਜਾਂਦੇ ਹੋ, ਮਸਜਿਦ ਜਾਂਦੇ ਹੋ, ਜਿੱਥੇ ਵੀ ਤੁਹਾਡਾ ਵਿਸ਼ਵਾਸ ਹੈਗਾ ਆ, ਕੋਈ ਕੰਡੀਸ਼ਨ ਨਹੀਂ ਹੈਗੀ ਕਿ ਤੁਸੀਂ ਪਰਟੀਕੂਲਰ ਜਗ੍ਹਾ ਤੇ ਹੀ ਜਾਣਾ ਆ। ਸਿਰਫ ਤੁਸੀਂ ਨੰਗੇ ਪੈਰੀ ਤੁਸੀਂ ਗੱਡੀ ਚਲਾ ਕੇ ਨੰਗੇ ਪੈਰੀ ਲੈ ਕੇ ਜਾਣੀ ਹੈ, ਖਿਆਲ ਰੱਖਣਾ ਆ। ਔਰ ਉੱਥੋਂ ਗੱਡੀ 'ਚੋਂ ਨੰਗੇ ਪੈਰੀ ਉਤਰਨਾ, ਜਾ ਕੇ ਮੱਥਾ ਟੇਕੋ, ਪ੍ਰਸ਼ਾਦ ਲਓ, ਵਾਪਸ ਆ ਜਾਓ, ਬਸ ਸਿੰਪਲ ਇੰਨਾ ਕਰਨਾ। ਔਰ ਉਹਦਾ ਸ਼ੁਕਰੀਆ ਅਦਾ ਕਰਨਾ ਆ ਕਿ ਤੇਰਾ ਭਾਣਾ ਮਿੱਠਾ ਲਾਗੇ, ਬਸ ਕਿਉਂਕਿ ਉਹ ਜਿੱਥੇ ਰੱਖਣਾ ਚਾਹੁੰਦਾ ਆ ਉੱਥੋਂ ਤੁਹਾਨੂੰ ਕੋਈ ਵਧਾ ਨਹੀਂ ਸਕਦਾ, ਕੋਈ ਘਟਾ ਨਹੀਂ ਸਕਦਾ, ਉਹ ਤੁਹਾਡੇ ਮੱਥੇ ਲਿਖੀ ਕੋਈ ਖੋਹ ਨਹੀਂ ਸਕਦਾ। ਪਰ ਇਹ ਆ ਕਈ ਵਾਰੀ ਜੇ ਰਾਸਤਾ ਟੇਢਾ ਹੋਵੇ, ਆਪਾਂ ਨੂੰ ਸਮਝ ਨਾ ਆਵੇ, ਤਾਂ ਸਲਾਹ ਜਿਹੜੀ ਉਹ ਕੰਮ ਆ ਜਾਂਦੀ ਆ, ਜਿਹੜੀ ਹੁਣ ਇਸ ਵੇਲੇ ਤੁਸੀਂ ਕਰ ਰਹੇ ਹੋ ਮੇਰੇ ਨਾਲ ਗੱਲ, ਉਹਦੇ ਵਿੱਚ ਇੱਕ ਮੈਂ ਡਾਇਰੈਕਸ਼ਨ ਦੇ ਰਿਹਾ ਤੁਹਾਨੂੰ। ਬਾਕੀ ਜੋ ਮਿਲਣਾ ਉਹ ਤੁਹਾਡੀ ਕਿਸਮਤ ਤੁਹਾਡੇ ਨਾਲ ਲਿਖੀ ਹੋਈ ਆ, ਉਹਨੂੰ ਕੋਈ ਟਾਲ ਨਹੀਂ ਸਕਦਾ, ਕੋਈ ਵਧਾ ਘਟਾ ਨਹੀਂ ਸਕਦਾ। ਹਾਂਜੀ ਹਾਂਜੀ, ਨਹੀਂ ਇਹ ਤਾਂ ਮੈਂ 100% ਐਗਰੀ ਆਣਾ, ਠੀਕ ਹੈ ਨਾ। ਜੇ ਕੋਈ ਬੰਦਾ ਇਹ ਕਹੇ ਨਾ ਮੈਂ ਤੇਰੇ ਲਈ ਆਹ ਕਰ ਦੂੰਗਾ, ਜਾਂ ਤੁਸੀਂ ਕਹੋ ਵੀ ਮੈਂ ਤੇਰੀ ਮੋਟਰ, ਜੇ ਤੁਹਾਨੂੰ ਪਤਾ ਮੋਟਰ ਦਾ ਜਿਹੜਾ ਗੱਡੀ ਦੀ ਮੋਟਰ ਹੀ ਬੈਠੀ ਹੋਈ ਆ, ਇਹ ਹੁਣ ਠੀਕ ਹੀ ਨਹੀਂ ਹੋਣੀ ਭਾਈ। ਆਪਾਂ ਤੁਸੀਂ ਕਹੋਗੇ ਵੀ ਨਵਾਂ ਲਿਆ ਕੇ ਇਹ 'ਚ ਆਪਾਂ ਸਿਸਟਮ ਰੱਖ ਲੈਂਦੇ ਆ, ਇਹ ਤਾਂ ਹੁਣ ਕਿਸੇ ਕੰਮ ਦਾ ਨਹੀਂ ਹੈਗਾ। ਬਿਲਕੁਲ ਬਿਲਕੁਲ, ਹਾਂਜੀ। ਉਹ ਤੁਹਾਡੀ ਗਾਈਡਲਾਈਨ ਜਿਹੜੀ ਆ ਉਹਦੇ ਲਈ ਵਧੀਆ ਹੋ ਸਕਦੀ ਆ। ਜੇ ਆਪਾਂ ਉਹਨੂੰ ਧੱਕਾ ਲਾਉਣ ਦੀ ਕੋਸ਼ਿਸ਼ ਕਰਾਂਗੇ 2-4 ਦਿਨਾਂ ਬਾਅਦ ਉਹ ਫੇਰ ਬੱਸ ਹੋ ਜਾਊਗੀ, ਉਹਦੀ ਫਾਇਦਾ ਕੀ ਆ। ਹਾਂਜੀ, ਨਹੀਂ ਇਹ ਮੈਂ ਤੁਹਾਡੀ ਗੱਲ ਮੰਨਦੇ ਹਾਂ। ਹਾਂਜੀ, ਸੋ ਸਿੰਪਲ ਇਹ ਕਰੋ, ਤੁਸੀਂ ਇਸ ਚੀਜ਼ ਨੂੰ ਕਰੋ। ਔਰ ਇਹਦੇ ਨਾਲ ਨਾਲ ਇੱਕ ਚੀਜ਼ ਹੈਗੀ ਆ, ਜੇ ਤੁਸੀਂ ਫੀਡਬੈਕ ਨੰਬਰ ਤੋਂ ਮੇਰਾ ਪਰਸਨਲ ਨੰਬਰ ਲੈ ਲਿਓ, ਫੀਡਬੈਕ ਨੰਬਰ ਤੇ ਤੁਸੀਂ ਕਾਲ ਕਰੋਗੇ ਪ੍ਰੋਗਰਾਮ ਦੇ ਖਤਮ ਹੋਣ ਤੇ, ਠੀਕ ਹੈ। ਪ੍ਰੋਗਰਾਮ 9:30 ਵਜੇ ਖਤਮ ਹੋ ਜਾਣਾ, ਉਸ ਤੋਂ 5 ਮਿੰਟ ਪਹਿਲਾਂ ਤੁਹਾਡੀ ਸਕਰੀਨ ਦੇ ਉੱਤੇ ਫੀਡਬੈਕ ਨੰਬਰ ਆਊਗਾ। ਤੁਸੀਂ ਉੱਥੋਂ ਮੇਰਾ ਪਰਸਨਲ ਨੰਬਰ ਲੈ ਲਿਓ, ਮੇਰਾ ਸੈੱਲ ਨੰਬਰ ਲੈ ਲਿਓ, ਮੈਨੂੰ ਕਾਲ ਕਰਿਓ। ਮੈਂ ਇੱਕ ਉਪਾਅ ਤੁਹਾਨੂੰ ਹੋਰ ਦੇਣਾ ਚਾਹੁੰਦਾ, ਮੈਂ ਦੇਣਾ ਚਾਹੁੰਦਾ ਆ, ਤੁਹਾਨੂੰ ਦਿਲੋਂ ਹੀ ਦੇਣਾ ਚਾਹੁੰਦਾ ਆ, ਤੇ ਤੁਸੀਂ ਮੇਰੇ ਨਾਲ ਗੱਲ ਕਰ ਲਿਓ ਪਿੱਛਾ। ਮੈਂ ਤੁਹਾਨੂੰ ਉਸੇ ਵੇਲੇ ਉਪਾਅ ਦੇ ਦੂੰਗਾ, ਤੁਸੀਂ ਉਹ ਉਪਾਅ ਨਾਲ ਫੋਲੋ ਕਰਨਾ ਆ। ਇਹ 2 ਚੀਜ਼ਾਂ ਤੁਸੀਂ ਕਰਨੀਆਂ ਬਸ, ਬਾਕੀ ਬਾਬੇ ਦੀ ਮਿਹਰ ਆ, ਮਿਹਨਤ ਤੁਸੀਂ ਕਰਨੀ ਆ ਤੇ ਫਲ ਉਹਨੇ ਆਪਣੇ ਆਪ ਦੇ ਜਾਣਾ। ਜੇ ਆਪਾਂ ਕੋਈ ਚੀਜ਼ ਸ਼ੁਰੂ ਕਰਾਂਗੇ ਤਾਂ ਉਹ ਖਤਮ ਜ਼ਰੂਰ ਹੋਊਗੀ, ਜੇ ਆਪਾਂ ਕੋਈ ਚੀਜ਼ ਸ਼ੁਰੂ ਨਹੀਂ ਕੀਤੀ ਉਹ ਕਦੀ ਖਤਮ ਨਹੀਂ ਹੋਣੀ, ਕਿਉਂਕਿ ਕਦੀ ਸ਼ੁਰੂਆਤ ਹੋਈ ਨਹੀਂ ਤੇ ਖਤਮ ਕਿੱਦਾਂ ਹੋਊਗੀ। ਤੇ ਮੰਜ਼ਿਲ ਤੇ ਤੁਰਾਂਗੇ ਤਾਂ ਇੱਕ ਇੱਕ ਪੈਰ ਘਟੂਗਾ। ਸੋ ਇਹਦੇ ਵਿੱਚ ਮੈਂ ਤੁਹਾਡੀ ਇੰਨੀ ਹੈਲਪ ਕਰ ਸਕਦਾ, ਇਹ ਤੁਸੀਂ ਬਸ ਇੰਨਾ ਕੰਮ ਕਰ ਲਿਓ। ਔਰ ਇਹ ਮੈਂ ਪਹਿਲੀ ਵਾਰੀ ਆ, ਜੇ ਤੁਸੀਂ ਪਹਿਲੀ ਵਾਰੀ ਫੋਨ ਕੀਤਾ, ਮੈਂ ਪਹਿਲੀ ਵਾਰੀ ਇਹ ਕਹਿ ਰਿਹਾ ਕਿ ਤੁਸੀਂ ਮੇਰਾ ਪਰਸਨਲ ਨੰਬਰ ਫੀਡਬੈਕ ਨੰਬਰ ਤੇ ਲੈ ਲਿਓ, ਮੈਂ ਤੁਹਾਨੂੰ ਉਸੇ ਵੇਲੇ ਦੱਸੂਗਾ, ਨਹੀਂ ਤਾਂ ਅੱਜ ਤੱਕ ਮੈਂ ਕਿਸੇ ਨੂੰ ਕਿਹਾ ਨਹੀਂ ਹੈ। ਥੈਂਕ ਯੂ ਜੀ, ਬਹੁਤ ਬਹੁਤ ਠੀਕ ਹੈ ਜੀ, ਨੋ ਪ੍ਰੋਬਲਮ ਜੀ। ਹਾਂਜੀ, ਇੱਕ ਆਪਣੇ ਹੋ ਰਿਹਾ ਬੇਟਾ ਸ਼ੌਪ ਰਨ ਕਰਦਾ ਆ, ਤੇ ਉਹਦਾ ਵੀ ਇਹੋ ਹਾਲ ਹੀ ਆ, ਸ਼ੌਪ ਬਹੁਤ ਕੁਆਇਟ ਆ। ਠੀਕ ਹੈ, ਉਹ ਆਪ ਕਿੱਥੇ ਨੇ ਭਾਈ ਸਾਹਿਬ? ਉਹ ਤਾਂ ਸ਼ੌਪ ਤੇ ਆ। ਉਹਨਾਂ ਨੂੰ ਕਹੋ ਫਰਾਈਡੇ ਵੀ ਮੇਰਾ ਸ਼ੋਅ ਹੁੰਦਾ ਆ, ਦੁਪਹਿਰੇ 12 ਵਜੇ ਤੋਂ ਲੈ ਕੇ 2 ਵਜੇ ਤੱਕ। ਨਹੀਂ, ਉਹ ਜੇ ਮੱਛੀ ਦੀ ਕਰਦਾ ਸ਼ੌਪ ਹੋਣਾ, ਫਿਰ ਘਰੋਂ ਅਰਲੀ ਨਿਕਲਦਾ ਤੇ ਰਾਤ ਨੂੰ ਕਿ ਲੇਟ ਆਉਂਦਾ। ਬੁੱਧਵਾਰ ਵੀ ਨਹੀਂ ਹੋ ਸਕਦਾ, ਫਰਾਈਡੇ ਵੀ ਨਹੀਂ ਹੋ ਸਕਦਾ। ਨਹੀਂ, ਉਹਦਾ 6 ਦਿਨ ਹੀ ਜਾਂਦਾ ਪੱਕਾ ਹੀ, ਉਹ ਸਾਰਾ ਕੁਝ ਉਹਨੂੰ ਸੰਭਾਲਿਆ, ਉਹਦੀ ਜ਼ਿੰਮੇਵਾਰੀ ਆ ਸਾਰੀ। ਉਹ ਬੱਚਾ ਆਪਣਾ ਕੀ ਲੱਗਦਾ? ਮੇਰਾ ਮੁੰਡਾ ਆ। ਤੁਹਾਡਾ ਬੇਟਾ ਆ, ਠੀਕ ਹੈ। ਡੇਟ ਆਫ ਬਰਥ, ਟਾਈਮ ਆਫ ਬਰਥ ਦਿਓ, ਉਹਦਾ ਆਪਾਂ ਦੇਖ ਲੈਣੇ, ਨੋ ਪ੍ਰੋਬਲਮ। ਉਹਦੇ ਹੈਗੇ 3 ਅਕਤੂਬਰ 1988। ਓਕੇ, ਤੇ ਡੇਟ ਦਾ ਟਾਈਮ ਹੈ ਉਹਦਾ 1:30 ਵਜੇ ਦੁਪਹਿਰੇ ਜਾਂ ਰਾਤ? ਦੁਪਹਿਰ ਦਾ 1:30 ਵਜੇ ਦੁਪਹਿਰੇ। ਤੇ ਕਿਹੜੇ ਸ਼ਹਿਰ 'ਚ ਪੈਦਾ ਹੋਇਆ ਇਹ? ਬਰਮਿੰਘਮ। ਓਕੇ ਜੀ। ਤੇ ਜਿਹੜੀ ਸ਼ਾਪ ਆ ਉਹ ਕੀ ਆ? ਫਿਸ਼ ਐਂਡ ਚਿਪਸ ਆ, ਆਫ ਲਾਇਸੈਂਸ ਆ, ਕਿੱਦਾਂ ਦੀ ਸ਼ਾਪ ਆ? ਫਿਸ਼ ਐਂਡ ਚਿਪਸ ਦੀ। ਫਿਸ਼ ਐਂਡ ਚਿਪਸ ਦੀ ਆ, ਠੀਕ ਹੈ। ਆਲ ਰਾਈਟ। ਭਾਜੀ ਮੈਨੂੰ ਇਹ ਦੱਸੋ ਵੀ ਤੁਹਾਡੇ ਪਰਿਵਾਰ, ਤੁਸੀਂ ਰੰਧਾਵੇ ਪਿੰਡ ਤੋਂ ਬਿਲੋਂਗ ਕਰਦੇ ਹੋ ਪਿੱਛੋਂ? ਹਾਂਜੀ। ਓਕੇ, ਰੰਧਾਵੇ ਪਿੰਡ 'ਚ ਹੀ ਹਲੇ ਰਹਿائش ਆ ਜਾਂ ਉੱਥੋਂ ਬਦਲ ਵੀ ਹੋਈ ਆ, ਕਿਤੇ ਹੋਰ ਥਾਂ ਵੀ ਕੁਝ ਗਏ ਆ? ਕਪੂਰਥਲੇ ਜਲੰਧਰ ਆ ਗਏ ਕਿਤੇ? ਉੱਥੋਂ ਅਸੀਂ ਚੱਲ ਗਏ ਜਲੰਧਰ। ਜਲੰਧਰ ਆ ਗਏ। ਜਲੰਧਰ ਕਿਹੜੀ ਏਰੀਆ 'ਚੋਂ? ਰਾਮਾ ਮੰਡੀ 'ਚ। ਰਾਮਾ ਮੰਡੀ 'ਚੋਂ। ਭਾਜੀ ਤੁਹਾਡੇ ਨਾ ਜਿਹੜਾ ਰੰਧਾਵੇ ਵਾਲਾ ਪਿੰਡ ਹੈਗਾ ਤੁਹਾਡੇ ਕੋਲ ਹਲੇ? ਹਾਂਜੀ। ਘਰ ਹੈਗਾ ਉੱਥੇ ਵਾਲਾ? ਉਹਨੂੰ ਢਾਤਾ ਘਰ। ਖਾਲੀ ਪੱਧਰਾ ਪਿਆ? ਹਾਂਜੀ। ਉੱਥੇ ਭਾਈ ਜਿਹੜੀ ਬੋਰ ਸੀਗਾ ਉਹਦਾ ਕੀ ਕੀਤਾ ਤੁਸੀਂ? ਹਾਂਜੀ। ਜਿਹੜਾ ਉੱਥੇ ਬੋਰ ਸੀਗਾ, ਜਿਹੜਾ ਨਲਕਾ ਲੱਗਾ ਸੀ ਉੱਥੇ ਸਮਰਸੀਬਲ, ਉਹਦਾ ਕੀ ਕੀਤਾ ਤੁਸੀਂ? ਉਹ ਹਲੇ ਮੇਰੇ ਖਿਆਲ ਨਲਕਾ ਹਲੇ ਉੱਥੇ ਹੀ ਆ, ਪੱਟਿਆ ਨਹੀਂ। ਭਾਜੀ ਉਹਨੂੰ ਪਟਾ ਦਿਓ ਬਸ। ਅੱਛਾ ਜੀ। ਜਾਂ ਤਾਂ ਉਹਨੂੰ ਚੱਲਦਾ ਕਰ ਦਿਓ, ਹਾਂਜੀ, ਖਰਾਬ ਆ ਉਹ। ਅੱਛਾ ਜੀ। ਜਾਂ ਉਹਨੂੰ ਚੱਲਦਾ ਕਰ ਦਿਓ। ਜੇ ਚੱਲਦਾ ਕਰਦਾ ਫਿਰ ਲੋਕਾਂ ਨੇ ਪਾਣੀ ਪੀਣਾ ਆ, ਤੇ ਤੁਸੀਂ ਲੋਕਾਂ ਨੂੰ ਪਾਣੀ ਪਿਲਾ ਨਹੀਂ ਸਕਦੇ। ਉਹਦੇ 4 ਦੀਵਾਰੀ ਕਰਕੇ ਜੰਦਾ ਲਾ ਦਿਓ, ਤੇ ਉੱਤੇ ਕਦੀ ਕੋਈ ਜਾ ਕੇ ਪਾਣੀ ਕੱਢ ਲਿਆ ਕਰੇ, ਮਾੜਾ ਮੋਟਾ ਉਹਨੂੰ ਗੇੜ ਲਿਆ ਕਰੇ, ਜਾਂ ਉਹਨੂੰ ਪਟਾ ਕੇ ਪੱਧਰਾ ਕਰ ਦਿਓ। ਉਹਦੇ ਚੋਂ ਪਾਣੀ ਉਹਨੇ ਛੱਡਿਆ, ਨਿਕਲਦਾ ਹੀ ਨਹੀਂ ਪਾਣੀ ਵਿੱਚੋਂ। ਉਹ ਫਿਰ ਪਾਣੀ ਤੁਸੀਂ ਨਲਕਾ ਪਟਾ ਦਿਓ ਭਾਜੀ। ਅੱਛਾ ਜੀ। ਜੇ ਤੁਸੀਂ ਅੱਗੇ ਤੋਰਨਾ ਆ ਜੋ ਸਿਸਟਮ ਹੈਗਾ ਆ, ਹਾਂਜੀ, ਤੇ ਫਿਰ ਤੁਹਾਨੂੰ ਉਹ ਨਲਕਾ ਕਢਾਉਣਾ ਪੈਣਾ। ਅੱਛਾ, ਕਢਾਉਣਾ ਪੈਣਾ। ਬਿਲਕੁਲ। ਹਾਂਜੀ। ਉਹ ਜੇ ਇਦਾਂ ਹੀ ਨਲਕਾ ਬੋਲ ਰਿਹਾ ਤੇ ਤੁਹਾਡੇ ਜੀਵਨ ਦੇ ਸਾਹ ਜਿਹੜੇ ਆ ਇਹੀ ਆ ਵੀ ਸਿਰ ਕਰਜ਼ਾ ਚੜ੍ਹਨਾ ਲੱਪੂਗਾ। ਦੇਖ ਲਓ, ਉਲਟਾ ਹੋ ਜਾਊਗਾ ਕੰਮ। ਹਾਂ, ਠੀਕ ਵੀ ਪਿਛਲੇ ਸਾਲ ਤੋਂ ਹੈ ਕਿ ਬਹੁਤ ਕੁਆਇਟ ਹੈ, ਰੈਂਟ ਕੋਲੋਂ ਪਾਉਣਾ ਪੈਂਦਾ। ਕੋਈ ਗੱਲ ਨਹੀਂ, ਕੋਈ ਚੱਕਰ ਨਹੀਂ ਹੈਗਾ, ਹਲੇ ਕੁਛ ਨਹੀਂ ਵਿਗੜਿਆ, ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ, ਜੇ ਟਾਈਮ ਨਾਲ ਆਪਾਂ ਸਾਂਭ ਲਈਏ। ਸਿੰਪਲ ਜਿਹਾ ਇੱਕ ਟਾਸਕ ਕਰੋ, ਕੋਈ ਵੀ ਆਪਣਾ ਉੱਥੇ ਭੈਣ ਭਾਈ ਬੰਧੂ ਹੈਗਾ ਆ, ਉਹਨੂੰ ਕਹੋ ਨਲਕਾ ਪਟਾ ਦੇਵੇ। ਨਲਕਾ ਪਟਾ ਕੇ ਉਹਦੇ ਪੈਸੇ ਜਿੰਨੇ ਵੱਟਣੇ ਆ, ਹਾਂਜੀ, ਉਹ ਪੈਸੇ ਵੀ ਆਪਾਂ ਨਲਕੇ ਦਾ ਇੱਕ ਵੀ ਨਿੱਕਾ ਜਿਹੜਾ
ਹੁੰਦਾ ਨਾ ਪੇਚ ਵੀ ਹੈਗਾ ਆ ਉਹਦੇ ਚਿਮਟੇ ਦੇ ਨਾਲ ਜਾਂ ਕਿਤੇ ਵੀ ਲੱਗਾ, ਜੋ ਵੀ ਹੈਗਾ A to Z ਉਹਦਾ ਸਮਾਨ ਵੇਚ ਦੇਣਾ ਤੁਸੀਂ। ਅੱਛਾ ਜੀ। ਵੇਚ ਕੇ ਜਿੰਨੇ ਪੈਸੇ ਲੱਗਣ ਉਹ ਤੁਹਾਡੀ ਮਰਜ਼ੀ ਆ, ਕਿਤੇ ਲੰਗਰ ਚਲਾ ਦਿਓ, ਤੁਹਾਡੀ ਮਰਜ਼ੀ ਆ, ਕਿਤੇ ਧਾਰਮਿਕ ਥਾਂ ਦਿਓ, ਤੁਸੀਂ ਉਹ ਜੋ ਕਰਨਾ ਉਹਦਾ ਕਰ ਲਓ। ਨਹੀਂ ਉਦਾਂ ਤਾਂ ਭਾਜੀ ਆਪਾਂ ਵੀ ਸਾਲ ਦੇ ਸਾਲ ਜਾ ਕੇ ਪੁੰਨ ਦਾਨ ਕਰੀਏ। ਹਾਂ, ਉਹ ਤੁਸੀਂ ਜੋ ਵੀ ਕਰਨਾ ਉਹਦਾ ਕਰ ਦਿਓ, ਪਰ ਉਹ ਨਲਕਾ ਤੁਹਾਨੂੰ ਪਟਾਉਣਾ ਪੈਣਾ। ਅੱਛਾ ਜੀ। ਉਹ ਪਟਾ ਦਿਓ। ਪਟਾਉਣ ਦੇ ਤੁਸੀਂ ਕੀ ਕਰਨਾ ਆ, ਕੱਲਾ ਨਲਕਾ ਪਟਾਉਣ ਦੇ ਨਾਲ ਮਸਲਾ ਹੱਲ ਨਹੀਂ ਹੋਣਾ। ਉਹਦੇ ਬਾਅਦ ਇੱਕ ਕੰਮ ਹੋਰ ਵੀ ਆ, ਉਹ ਮੈਂ ਤੁਹਾਨੂੰ, ਜਦ ਤੁਸੀਂ ਮੈਨੂੰ ਫੋਨ ਤੇ ਕਰੋਗੇ ਨਾ ਗੱਲ, ਉਦੋਂ ਮੈਂ ਦੱਸੂਗਾ ਵੀ ਨਲਕਾ ਪਟਾ ਕੇ ਤੁਸੀਂ ਕਰਨਾ ਕੀ ਆ ਨਾਲ। ਉਹ ਵੀ ਇਲਾਜ ਮੈਂ ਤੁਹਾਨੂੰ ਨਾਲ ਹੀ ਦੱਸ ਦੇਣਾ, ਤੇ ਉਹ ਨਾਲ ਇਲਾਜ ਹੋਣਾ ਚਾਹੀਦਾ। ਚਲੋ ਠੀਕ ਹੈ। ਇਹ ਨਾ ਹੋਵੇ ਦੇਖੋ ਭਾਜੀ ਨਲਕਾ ਪਟਾਤਾ, ਦੂਜੀ ਵਾਰੀ ਮੈਨੂੰ ਫੋਨ ਕਰੋ ਭਾਜੀ ਗੱਲ ਤਾਂ ਉੱਥੇ ਦੀ ਉੱਥੇ ਹੀ ਆ, ਕਿਉਂਕਿ ਨਲਕਾ ਪਟਾਉਣਾ ਜ਼ਰੂਰੀ ਆ, ਪਰ ਜੇ ਪਟਾ ਕੇ ਆਪਾਂ ਉਹਦੇ ਨਾਲ ਅਲਟਰਨੇਟਿਵ ਨਹੀਂ ਕੀਤਾ ਤੇ ਉਹ ਇਦੋਂ ਵੀ ਜ਼ਿਆਦਾ ਮਾੜਾ ਹੋ ਜਾਣਾ। ਅੱਛਾ ਜੀ। ਤੇ ਆਪਾਂ ਇਸ ਕਰਕੇ ਚੰਗੇ ਲਈ ਸਲਾਹ ਲੈ ਰਹੇ ਹਾਂ, ਤੇ ਆਪਾਂ ਚੰਗੇ ਬਾਰੇ ਚੰਗੀ ਗੱਲ ਸੋਚਣੀ ਉਹਦੇ ਬਾਰੇ। ਚਲੋ ਠੀਕ ਹੈ ਜੀ, बहुत बहुत ਤੁਹਾਡੀ ਮਿਹਰਬਾਨੀ। ठीक है जी, शुक्रिया जी ਤੁਹਾਡਾ कॉल करने के लिए, धन्यवाद जी। दर्शकों प्रिय मित्रों, समस्याएं और सबसे बड़ी समस्या आज के युग में, इस आर्थिक मंदी के युग में सबसे बड़ी समस्या पैसे की। जब आप दिन रात मेहनत करते हैं और आपके हाथ में कुछ नहीं आता, कर्जा आ जाए, ये स्थिति हो जाए कि जो आपकी जमा पूंजी है वो भी अगर जाने लगे, तो निश्चित ही आप परेशान हो जाते हैं। और परेशानी हमारे जीवन का अंग है। ये नहीं कहूँगा कि परेशान हो, लेकिन उस परेशानी में अपना पेशेंस, अपना धैर्य ना खोएं। जब स्थितियाँ आपकी समझ से बाहर हो जाएं, तो निश्चित ही अपने मन को शांत करते हुए किसी ऐसे योग युक्ति का उपचार ढूंढें जिससे आपको रास्ता मिल सके, जो आपके लिए सहायक हो। ये बहुत ज़रूरी होता है। जल्दबाजी में कई बार हम एक गलती की बजाय 10 और गलतियाँ कर लेते हैं, तो जिससे कुछ फ़ायदा होने की बजाय और ज़्यादा नुकसान हो जाता है। तो नुकसान से ही तो बचना हमारा काम है। चलती का नाम गाड़ी है, कितनी भी मुश्किल आए लेकिन हमें चलते रहना है। जब तक सांस है, जब तक इस घट के अंदर वो राम विराजते हैं, वो परमात्मा है, तब तक तो हमें चलना ही चाहिए। जिस दिन वो हमें छोड़ जाएगा, फिर जो हिलाए से हिलेगा ना। फिर चार भाई जो कभी हमें गले मिलते थे, कंधों पे उठा के 1 सेकंड से पहले ही आपको ले जाने की तैयारी करना शुरू कर देंगे। ऐसी स्थितियां हो जाती हैं। अपने ही फिर अपनों से डरते हैं कि कहीं ये हमें चिमट नहीं जाए, कहीं हमें पकड़ ना लें, कोई इनकी रूह जहाँ नहीं रह जाए। जिनका सारी ज़िंदगी जे जोर लगा रहता है कि अपने भाई बंधुओं को, अपने परिवार को हम तरक्की की ओर ले जाएं, जब अंत समय आ जाता है तो उसी से भय खाने लगते हैं। वही लोग जिनके लिए आप सारा जीवन जो है अपना गुजार देते हैं उनकी तरक्की के लिए। तो किस तरह से इससे पार आना होगा, और ये जीवन का कड़वा सत्य है कि आखिर हमें उस मंजिल पे पहुंचना ही है। आप कोशिश करें चाहे ना करें, वो मंजिल खुद ब खुद हमारी ओर आ जाती है। तो हमारे साथ जुड़े हैं अगले कॉलर, उनसे भी बात करेंगे। हेलो जी। हेलो जी। जी हाँ जी, मैंने अपने बेटे के बारे में जी, बेटे का नाम बताइए जी। उसका एस से शुरू होता है। एस फॉर शुगर। हाँ जी जी। उसकी डेट ऑफ बर्थ है 25 7 1994। 94। हाँ जी। और टाइम 10:54 रात के। 10:54 रात के। हाँ जी। 10:54। हाँ जी। 54। ओके। और प्लेस ऑफ बर्थ बता दीजिए आप इनका। लंदन का। लंदन का है। और आपका बेटा है? हाँ जी। जी, आपने बताया 25 जुलाई 1994 रात के 10:54 लंदन का आप कह रही हैं आपके बेटे का जन्म है। हाँ जी। और कहना चाहूँगा जी आपके बेटे के लिए कि इसको मॉरल सपोर्ट चाहिए। घूमने फिरने का शौकीन रहेगा, या ये कहें कि इसको आप लोगों से दूर रहने का अवसर मिलेगा। आप लोगों से दूर चला जाएगा, चाहे एजुकेशन के लिए हो, चाहे काम के सिलसिले में हो, चाहे शादी हो। किसी ना किसी वजह से इस बच्चे को आपसे दूर रहना पड़ेगा, और ये काफ़ी देर तक ऐसी अवस्था से गुजरेगा। इस चीज़ को आपने ध्यान रखना है। इस चीज़ के लिए आप निराश ना हो, उदास ना हो, क्योंकि ये जीवन का अंग है। आदमी अपनी तरक्की के लिए यहाँ वहाँ भागता है। कई बार हम उसको पकड़े रखना चाहते हैं। जिस तरह आप इसको कंट्रोल करेंगे कि आपके साथ ही रहे, सब कुछ करे, उतना ही आप इसकी किस्मत को कहीं ना कहीं रोक देंगे। इस आदमी की ज़िंदगी की जितनी जर्नीज हैं इसको करने दीजिएगा, इसे जो सारा वर्ल्ड है वो घूमने दीजिए, कोई दिक्कत नहीं है। और साथ ही साथ ये कहूँगा कि हेल्थ के कुछ इश्यूज़ रहेंगे, उनके लिए थोड़ा इसको ध्यान देना होगा। वो आप अपने डॉक्टर साहब से बात करते रहे समय समय पे। हाई एजुकेशन के लिए अगर ये चाहे, अब पता नहीं आप उसमें किस तरह से आपने प्लान किया है, अगर हो तो इसे अपने सिटी से कहीं बाहर भेजें। और अगर ओवरसीज जाके किसी और कंट्री में जाके अगर एजुकेशन ले तो इसके लिए बहुत ही फ़ायदेमंद हो सकती है, इसके लिए काफ़ी लाभदायक हो सकती है। इस चीज़ का आपने ध्यान देना है। और साथ ही साथ ये कहूँगा कि कुछ फाइनेंशियल गतिविधियाँ इसके साथ ऐसी होंगी जिसमें खुद धोखे में आ जाएगा, या कुछ लोग इसको धोखा देने की कोशिश करेंगे। इस चीज़ के लिए इसे खुद बहुत होशियार रहना होगा कि जिन लोगों के साथ ये डील कर रहा है
उन लोगों की पहचान इसे करनी बहुत ज़रूरी है जो इसके लिए बहुत बहुत ज़रूरी, नहीं तो बाद में पछताए क्या हो जब चिड़िया चुग गई खेत। ऐसी स्थितियाँ इसके साथ होंगी और इस समय के दौरान हेल्थ के विषय में इसको जरूर ध्यान देना होगा, क्योंकि कहीं ना कहीं गुस्से का बढ़ जाना, कहीं ना कहीं रात को समय पे घर ना आना, सोना नहीं, परेशानी, टेंशन, इस तरह की चीज़ों से गुजरेगा जे, इसके लिए इसको थोड़ा ध्यान देना होगा। आपका सवाल क्या है? मेरा बस ये है कि इसका कैरियर कैसे रहेगा, क्योंकि जो इसकी एजुकेशन थी वो हुई नहीं, मतलब जैसे थोड़े ट्राई करता है लेकिन वो होता नहीं इससे। तो अब ये काम कर रहा है जॉब, तो जहाँ ये जॉब कर रहा है वो ठीक रहेगी इसके लिए? जॉब अभी कहाँ पे है इसकी? अभी ये एयरपोर्ट पे कर रहा है। हाँ ठीक है, अगर एयरपोर्ट पे जॉब है, क्योंकि वर्ल्ड रिलेटेड है, अगर एयरपोर्ट पे जॉब कर रहा है तो बिल्कुल बहुत अच्छी जॉब है, इसको करने दीजिए, उसमें कोई दिक्कत नहीं है। अच्छा, लेकिन साथ ही अपने गुस्से पे काबू रखे बस इस समय। अगर इसको बहुत आता है, हाँ जी, इसको संभालना बहुत जरूरी है बस। अगर इस समय अपने गुस्से को संभालेगा तो इसके मानसिक और शारीरिक जो दिक्कतें हैं उसमें फिर समस्याएं होगी, फिर आपको डॉक्टर साहब का परामर्श तो लेना ही होगा। हेल्थ से जुड़ी हुई कोई भी बात है तो आपको डॉक्टर साहब से ही परामर्श करना चाहिए। और इस समय के दौरान खास तौर पर ख्याल रखें, इसको चमड़ी, हाई ब्लड प्रेशर, नींद ना आना और आंखों की तकलीफ से अचानक गुजरना पड़ सकता है। ये 3-4 चीजें हैं जी, इनसे आप डॉक्टर साहब से राब्ता करें। लेकिन आपको एक छोटा सा उपाय मैं दे देता हूँ, वो उपाय आपने करना है। और जहाँ पे वो उपाय होगा नहीं, क्या भारत में आपका कोई है? हाँ जी, मेरे पेरेंट्स हैं। हाँ जी, वही आपके पेरेंट्स हैं? हाँ जी, हाँ। ठीक है, तो आप ऐसा करिए, उनको यहाँ की जो 1P के पेन्स हैं, अगर आप वो भेज सकती हैं उनको, अच्छा, उनको 43 1P के पेन्स भेज दीजिए उनको। हाँ जी, जहाँ कोई जा रहा है तो उसके हाथों भिजवा दीजिए, उनको बोलिए। और बेटे का हाथ लगवा लेना, उनको बोलिए। कोई किस साइड पे आप लोग रहते हैं पंजाब हिंदुस्तान में? हम शिमला में रहते हैं, हिमाचल में। शिमले में? हाँ जी। हाँ, तो शिमले में तो बावड़ियाँ रहती हैं ना, जो नीचे पानी का कुएं से रहते हैं, वहाँ तो बावड़ी रहती है। तो अपने पेरेंट्स को बोले किसी बावड़ी में इस बच्चे का नाम लेके वो पैसे गिरा दें। पर वो तो काफी बुजुर्ग है, वो बावड़ी। कोई बहन भाई होगा, कोई भी हो आपके फैमिली का मेंबर हो, चलेगा। बहुत कम ऐसा कहता हूँ, आप तो लकी हैं, आपको कह रहा हूँ। कर सकती है? सॉरी, मेरी सिस्टर कर सकती है? अगर वो शादीशुदा है फिर नहीं कर पाएगी, अगर नहीं है तो फिर शादीशुदा नहीं है तो कर सकती है। अच्छा, नहीं, वो शादीशुदा ही है। उसका बेटा कर सकता है। अच्छा, उनका बेटा कर सकता है। आप ऐसा करें, होल्ड रखें, मैं आपको बताता हूँ, क्योंकि ब्रेक का समय हो रहा है। प्रिय दर्शकों, मिलूंगा बैक। स्वागत। ब्रेक के उस पार प्रोग्राम में भाग लेना चाहते हैं जी, आखिरी का सेगमेंट है। नंबर है आपकी स्क्रीन के ऊपर, इस नंबर को डायल कर आप मेरे साथ बात कर सकते हैं। हमारे साथ पहले से ही कॉलर है जी। जो मैं आपको मैंने जो आपको उपाय दिया है, इस उपाय से हमें ये क्या चाहता है, इसको खुद, इसकी जिंदगी में खुद इसने क्या करना है, इसका एम क्या है, उसके ऊपर आ जाएगा। जब वहां आ जाएगा, जब वहां आ जाएगा तब हम आगे देखेंगे कि आगे और क्या करें, जिसमें इसकी जो एंगर है या जिसकी जो ये रनिंग अराउंड है, इसको किस तरह से काम डाउन करें। अगर आज की डेट में करेंगे, कर तो लेंगे, आज की डेट में भी कुछ ना कुछ ऐसा कर लेंगे, लेकिन वो टेम्परेरी होगा। अच्छा जी। सो अगर आप टेम्परेरी चीजें चाहते हैं तो कोई प्रॉब्लम नहीं है, हम उसके लिए भी तैयार हैं। अच्छा, अब आप जो आपके डिपेंड करता है कि आप परमानेंट कुछ चीजें चाहते हैं या किस, हो तो ठीक है ना, बच्चे की लाइफ बन जाए तो बिल्कुल। हाँ जी। और इस चीज का आपने ध्यान रखना है, बस ये खास चीजें जो हैं आपकी। अगर इसके अलावा भी आपका कोई सवाल है तो आप मेरे साथ बात कर सकते हैं। अच्छा जी, तो बस मैंने अपने हस्बैंड के बारे में भी पूछना था, एक दिन पूछा था आपसे जी। तो जैसे मैंने इनके पूछना था, जैसे इनका नेम ए से शुरू होता है जी, तो 10/12/61 है इनकी डेट ऑफ बर्थ। 10 तो रात का समय है 8 से 10 PM। 8 से 10 PM का? हाँ जी। ओके। और अमृतसर का इनका? अमृतसर का है, ठीक है। हाँ जी। तो मैंने इनके बस वो पूछना था कि कैसे रहेगा मनी वाइज या आगे इनकी। ठीक है, हम देख लेते हैं किस तरह से होगा। अमृतसर का आपने बताया इनका 10/12/61 और रात के 8 से 10 बजे के। उस दिन मैंने आपको कुछ टाइम दिया नहीं था इनके बारे में? कुछ नहीं, कुछ ऐसे बताया नहीं था आपने। अच्छा, उस दिन आपको उपाय क्या दिया था, ये बता दीजिए। कोई उपाय दिया था आपको? नहीं, आपने उपाय नहीं दिया था। क्या बात क्या हुई थी, ताकि मुझे उतना टाइम आपका बच जाएगा, मेरा बच जाएगा। पूछा था कि ये मनी वाइज इनका कैसे रहेगा, जॉब कैसे रहेगी, जहाँ ये करते हैं, ये पूछा था। और उसमें मैंने आपको क्या कहा था, कुछ इनके सवाल पूछे थे? नहीं, आपने कुछ नहीं बोला था, आपने बोला था आगे जाके जिंदगी सही रहेगी इनकी। अच्छा, बस इतनी बात करके बात, क्योंकि कई बार मैं कुछ सवाल जो है मेक श्योर करने के टाइम का जो गड़बड़ है उसके हिसाब से कई बार पूछ लिया। खैर एनीवे, मैं आपसे फिर से कहना चाहूँगा कि आपके बेटे और आपके हस्बैंड में एक बहुत चीज़ कॉमन चल रही है, जिसमें फाइनेंशियल कंडीशन जो है समय समय पे आपको धोखा देंगी। अच्छा। इस चीज़ का आपने खास तौर पे ध्यान रखना है कि फाइनेंशियली आपने किसी को पैसे लैंड नहीं करने हैं। अपने पैसों की आपने लॉन्ग टर्म जो सेविंग में डालना है, कुछ ऐसी फिक्स डिपॉजिट बना लीजिए जो आप लोगों के काम आए, वो आपके लिए बेहतर होंगे। एक तांबे का छल्ला,
अच्छा जी। एक प्लेन जो रिंग है आपने तांबे का लेना और इनको बोलिए कि अपनी राइट हैंड की रिंग फिंगर में जो चीची की साथ वाली उंगली उसमें पहन के रखें। अच्छा वो इनके लिए बेहद मुबारक होगा, जिससे आने वाला समय कहीं ना कहीं इनके कुछ चक्कर में जो है वो समाया रहेगा। क्या बात है कि इनका एक सितारा जो है वो अपनी तीव्र गति के साथ कुछ डिस्टेंस बनाए हुए, जैसे अभी देखिए मैंने पिछले प्रोग्राम में कहा था कि ये आने वाला जो हफ्ता है उसमें बहुत सारे आंधी तूफान फ्लडिंग होगी और वो सब हो भी रहा है। कई बार क्या होता है कि जैसे एक बच्चा माँ के साथ जा रहा है, उसे पता नहीं है कि गाड़ी भी आ सकती है, साइड से कुछ भी आ सकता है। जब वो अपनी माँ से थोड़ा आगे पीछे निकल जाता है तो एक बेचैनी हो जाती है, बच्चा खुद को भी अपने आप को खतरे में डालता है और माँ भी परेशान हो जाती है, दोनों ही खतरे में चले जाते हैं। सही बात है। कई बार जब ग्रहों का ऐसे तालमेल, जो ग्रह किसी ग्रह के साथ ही ठीक रहते हैं, जब वो आगे पीछे दौड़ते हैं तो निश्चित ही उनमें तब्दीलियां आती हैं और वो पूरे वातावरण को खराब कर देते हैं। अब जैसे ये आंधी तूफान जो चल रहा है अभी 15 तारीख तक ऐसे ही चलता रहेगा, 15 के बाद इसमें कुछ शांति आएगी और हम लोग सुकून से बैठेंगे, नहीं तो लोगों के घर के अंदर भी पानी चला गया है, ऐसी स्थितियां हो गई हैं। हाँ जी, सही बात है। इसी तरह से इनका एक सितारा जो है वो इस तरह से कुछ आगे पीछे मूव कर रहा है, जो समय समय पे आपको, हालांकि ये नॉर्मल बात है कि हर किसी के साथ है, लेकिन इनके साथ विशेष तौर पे ऐसा है कि इनको उस चीज के लिए अवेयर रहना होगा। और एक तांबे का खाली छल्ला डाल लेना, प्लेन छल्ला डाल लेना इनके लिए निहायत ही मुबारक होगा और इससे इनको ही नहीं इनके बेटे को भी एक्स्ट्रा हेल्प मिलेगी। अच्छा ये एक ही उपाय इनके लिए कारगर सिद्ध होगा, काफी लाभदायक रहेगा जी। अच्छा जी। इसके अलावा कोई और आपका सवाल? बस यही पूछना था, जहाँ ये जॉब करते वो सही रहेगी इनके लिए? वो क्या है क्या जिसमें जॉब करते हैं? स्कूल में करते हैं। किसमें? स्कूल में। स्कूल में? हाँ जी। उसमें स्कूल में पढ़ाते हैं कि किस तरह की जॉब है? साइट मैनेजर। हाँ जी। साइट मैनेजर है, ओके। तो उसमें तो मुझे कोई दिक्कत फिलहाल नजर नहीं आ रही। हाँ, अगर उसमें कोई इनका संगी साथी है जिसका नाम एन से शुरू होता है, जिसका नाम जैसे चार्ली कह लें, या ऐसा कुछ चा से शुरू होता है, या जिसका नाम बी से शुरू होता है, ऐसे लोगों से अगर कोई भी ऐसा साथी है तो उससे थोड़ा अवेयर रहें। जनरली ठीक ठाक चलता रहेगा। अच्छा जी। जनरली ज़्यादा ठीक ही रहेगा, लेकिन तांबे का छल्ला इनके लिए नहायत ही मुबारक है, ज़्यादा उपाय करने की जरूरत नहीं है। हाँ, एक उपाय मैं आपको जरूर देना चाहूँगा, अगर हो सकता है तो मेडिकल चैरिटी के लिए आप तैयार रहें। कहीं ना कहीं दवाइयों का दान होता रहे, ऐसी चैरिटी हो, रेड क्रॉस है जैसे, या और अदर चैरिटीज़ हैं, आप उनमें कुछ ना कुछ डायरेक्ट डेबिट स्थापित कर लें। आपकी बैंक से, आपके अकाउंट से 3 महीने बाद कम से कम कुछ ना कुछ निकलना चाहिए। जैसे हमारे MATV में भी नारायण संस्थान वाले की आंखों की करते हैं, किसी को भी आप ऐसे चूज कर दीजिए, आपकी इच्छा है तो उससे आपको लाभ ही होगा आगे चल के, क्योंकि हेल्थ के कुछ रीजन है, क्योंकि मैं यहाँ मेडिकली रिप्रेजेंट तो नहीं कर रहा हूँ, लेकिन कुछ चीजें मैं देख रहा हूँ जो आगे चल के हेल्थ से जुड़ी हुई हो सकती हैं। डॉक्टर के साथ तो आपने जाना ही जाना है, ये तो हम बार बार आपको कहते ही हैं, लेकिन कई बार समय नहीं मिल पाता है। तो एक अच्छी अपॉर्चुनिटी हो सकती है, अगर आप ऐसी कुछ मेडिकल डोनेशन जो चैरिटी करते रहें तो निश्चित इससे आपको लाभ होगा। ठीक है जी। अच्छा जी। ठीक है जी। हाँ जी, ठीक है जी। ओके जी, शुक्रिया जी आपका जी। ओके, शुक्रिया आपका कॉल करने के लिए, धन्यवाद। दोस्तों, वक्त किसी का भी नहीं है, वक्त ही बलवान है। समा करे नर क्या करे, समय बहुत बलवान, असर सभी पर हो रहा, क्या पशु क्या परिंदा क्या इंसान, इस पूरी कायनात के ऊपर उस वक्त का जो है वो दबदबा बना हुआ है। हमारे साथ अगले कॉलर जुड़ चुके हैं। हेलो जी। हेलो जी, मैं अपने लड़के के बारे में पूछना चाहती हूँ। जी, लड़के का नाम दसो जी की है? उसका नाम राहुल है। राहुल। डेट ऑफ बर्थ है 24/9/1989। 24/9/1989। ओके, और समय क्या है जी? समय उसका रात के 11, साढ़े 11 से 12 के बीच का। ओके जी, और प्लेस जहाँ जन्म हुआ इसका? लंदन में। यूके, लंदन। और लंदन वालों, आप बहुत ज़्यादा कह रहे हैं कि मैं लंदन में आके किसी दिन आपसे रूबरू हूँ, तो मैं कहना चाहूँगा आप लंदन वालों को कि आप फीडबैक नंबर पे कांटेक्ट कर पूछ सकते हैं कि किस दिन मैं आपको लंदन में सर्विस दे सकता हूँ, जिससे आपको फ़ायदा होगा। आप सामने मेरे बैठ के मेरे साथ बात कर पाएंगे लंदन के विजिट के दौरान। ठीक है जी। और आपके राहुल के लिए देखते हैं जी क्या स्थितियाँ हैं। राहुल, एक अच्छा बच्चा है आपका, नो डाउट एक अच्छा बच्चा है, लेकिन जिंदगी का सितारा इसके हाथों से फिसलता हुआ जा रहा है। कहीं ना कहीं जो प्लानिंग्स हो रही हैं उनमें एंड पे आके कोई ना कोई ऐसी बात बन जाती है कि आपके बने बनाए खेल बिगड़ जाते हैं। जैसे एक आदमी आंखों के बगैर हो, ऐसी स्थितियां हो रही हैं इस आपके बच्चे के साथ। तरक्की करेगा अपनी जिंदगी में, नो डाउट,
सफल भी रहेगा, लेकिन बहुत सारी गिरावटें इसकी ज़िंदगी में लिखी हुई हैं और जो खुद की क्रिएट होंगी, खुद की ही बनाई हुई होंगी। कई बार अपने आप ही कुछ ऐसी गलतियां होती चली जाएंगी जिससे आपको एक अच्छे अवसर जो मिलेंगे आप उनको अपने हाथों से खुद ही खो देंगे। इसी चीज़ से अगर बच्चे को हम बाहर निकाल लेते हैं तो एक अच्छा बच्चा, एक अच्छी कामयाबी वाला सितारा इसका मुझे दिखाई दे रहा है, जिसका आप पूरा लाभ ले सकते हैं। और समस्या इसके लिए सबसे बड़ी बात ये हुई है कि राहुल नाम जो आपने इसका रखा है, सबसे पहले वो नाम ही आपने गलत रखा है इसका। ठीक है, अगर मैं तो यही कहूँगा कि अगर आज भी आप अपॉर्चुनिटी ले सकते हैं, कुछ ऐसा कर सकते हैं, तो इसका नाम जो है वो चेंज करवा लें, क्योंकि राहुल नाम से ही बहुत सारी ज़िंदगी में रुकावटों का सामना करना पड़ेगा। और कम से कम 5 से 7 बार इस बच्चे को किसी ना किसी कारणवश कोर्ट कचहरी का सामना भी करना पड़ेगा इस राहुल नाम की वजह से। इतना इसका प्रभाव रहेगा। जनरली सितारा अच्छा है। अब आपका सवाल क्या है, उसके ऊपर हम आते हैं। और ये आगे इसके शादी का क्या है? शादी के लिए यही कहूँगा कि इसको बोलिए कि लव मैरिज कर ले, अपनी मनपसंद की शादी कर ले, तो उसमें ये कामयाब रहेगा। हाँ, ये आजकल एक काली के चक्कर है। काली इंसान ही तो है। अब ये मजाक की बात है कि इंसान ही है। इंसान कहीं भी जो है उसका अट्रैक्शन हो सकता है, लगाव हो सकता है, लेकिन थोड़ी समझदारी। मैंने अभी आपको एक बात कही है कि ये कई बार कुछ ऐसी गलतियां करेगा जो इसकी खुद की होंगी। रिलेशनशिप में इसे अपनी उम्र से जो बड़ी लड़की होगी उसके साथ जाना होगा। लड़की भी उम्र में बड़ी होगी, और डिफरेंट कास्ट की अगर है तो वो अलग बात है, डिफरेंट रिलीजन की है वो अलग बात है, लेकिन एज में बड़ी होगी। बुराई कोई नहीं है, लेकिन अगर आप चाहते हैं तो आप बच्चे को बैठाएं, समझाएं। शादी में मुझे कहीं कोई दिक्कत दिखाई, जो समय था एक शादी में दिक्कत का, कहीं ना कहीं उससे ये बाहर जा चुका है। अब बाद में जो जनरल सिलसिले ज़िंदगी में चलते हैं, एक तो होता है कि सितारों की वजह से कोई खराबी है। अब जहाँ सितारे खराब नहीं कर रहे, सितारों का खराब करने का एक टाइम था जिससे अब ये बाहर आ चुका है। अब जनरली शादी जो है जैसी भी है वो ये करेगा, उसमें सितारों का कोई रोल नहीं होगा। अगर होगा तो ये खुद का, परिवार का, उनकी आपसी ईगो या उनके विचार हैं वही ये काम करेंगे। ग्रहों के अंदर ऐसी कोई स्थिति नहीं है। नहीं, वो लड़की तो इससे छोटी है, ये 24 फिर वो बात खत्म हो जाएगी। ये बात आप ध्यान रखिएगा कि जो शादी इसकी होगी, वो लड़की इससे उम्र में बड़ी होगी। लेकिन ये लड़की तो इससे उम्र में छोटी है, वो अब 9 साल से जानता है उसको। वो उसको छोड़नी पड़ेगी। अच्छा। हाँ, वो अपने आप बात खत्म हो जाएगी, आप परेशान ना हो फिर। अच्छा, तो फिर उसके बाद ये हमारे अपने कल्चर की लेके आएगा, क्योंकि हम इंडिया से हैं और हम हिंदू हैं जी। हम चाहते हैं कोई अपने परिवार की आए जो थोड़ा सा अपनी लैंग्वेज कम से कम अपनी बोले, थोड़ा खाना पीना अपना बनावे। ऐसी कोई होएगी या इसकी अपनी? फिर वो देखो, होगी इसकी पसंद की, होगी इसकी पसंद की। हाँ। इसमें कोई दो राय नहीं है, लेकिन उम्र में इससे थोड़ी बड़ी होगी, चाहे 1 घंटा ही बड़ी हो, 1 दिन ही बड़ी हो, लेकिन होगी उम्र में इससे बड़ी। ये बात यहाँ पे कहीं ना कहीं जो है वो काफ़ी स्ट्रांगली यहाँ दिखाई दे रही है मुझे। और बाकी शायद मैं ये नहीं आपको बता पाऊँगा कि कुछ चीज़ें ऐसी हैं, हम यहाँ ऑन एयर उसको शेयर नहीं करना चाहते कि किस कहाँ कैसे है, लेकिन जो भी है वो अच्छा ही होगा। इस बात को आप परेशान ना हो लेके। कोई नहीं, आप बता दें ऑन एयर, मेरे को ऐसा नहीं, आपको तो नहीं है लेकिन मुझे है भाई। हम ऑफकॉम को अच्छा, सुने मेरी बात। जैसे आप कह रहे हैं ना ये लड़की के साथ ही चाहता है जी, तो इसके साथ होएगी, इसके साथ बनेगी नहीं, आगे दूसरी के साथ लग जाएगा। देखिए, ये शादी ही नहीं होगी, मुझे ऐसा लग रहा है टू बी ऑनेस्ट, क्योंकि सितारे जो है वो दिखा रहे हैं कि शादी उम्र में जो लड़की बढ़ेगी उसके साथ है। अच्छा। तो अगर लड़की से छोटी है तो मैं अब इस चीज के ऊपर क्या आपसे आर्गूमेंट करूं या क्या आपको कहूं? नहीं, आर्गूमेंट नहीं करें। तो हमें इस चीज को बस ये देखना है कि सितारे क्या कह रहे हैं। सितारों के हिसाब से लड़की उम्र में बड़ी होगी। दूसरी चीज ये ना कि हमारे हिंदुइज्म को छोड़ करके इसने क्रिश्चियनिटी को ज्वाइन करा हुआ है, तो बहुत ज्यादा डिवोटेड हो गया, इवन बैप्टाइज कर लिया अपने आप को जी। इससे कभी निकलेगा बाहर? देखिए, आपको एक बात बता दूं कि सनातन धर्म जो है वो शून्य से शुरू होता है, सबको उसी में समा जाता है। हाँ जी। जितना भी इस दुनिया में कुछ है वो सब सनातन धर्म की ही देन है, उससे ही निकला हुआ है। आप इस बात को लेके परेशान ना हो। अच्छा। और गहन अध्ययन के बाद आदमी जो समुद्र में जितना गहरा जाता है खुद ब खुद उससे बाहर आ जाता है। आप अपने आप को सनातन धर्म में बनाए रखें, वो अपने आप आपको बाहर ले आएगा। आप भगवत गीता सुनती हैं, जो हो रहा है वो अच्छा हो रहा है, जो होगा वो भी अच्छा होगा, जो कल हुआ था वो भी अच्छा ही था। तो सुने, इसके वैसे तो बहुत अच्छा बच्चा है, बहुत ही अच्छा बच्चा है, थॉरोली जेंटल है, कोई इसमें ऐब नहीं है। काम में आगे वो थोड़ा सा मतलब अभी जैसे चाइल्डिश है, दिल लगा के काम नहीं करता। जैसे स्पून फीडर होता है ना, हर चीज में उसको हेल्प सी चाहिए। तो मैंने विचार दिया था अपने, अभी आपको कहा था कि जैसे आंखों वाला होते हुए भी आदमी अंधों की तरह व्यवहार करे। अब ये आंखों वाला तो है, लेकिन इसकी जिंदगी में जो ये अंधापन है जिसको अब ये देख नहीं पा रहा है। कई बार जो मछली है वो पत्थर चाट के वापस आती है।
ठीक है। तो इसको करने दीजिए, लेकिन ये वापस आएगा, एक अच्छा बच्चा है। और समस्या यही है कि इसका जो नाम है राहुल, वो सबसे बड़ी समस्या है। ये तो बहुत ही डिफिकल्ट है, क्योंकि इतने 25 साल से सारी दुनिया इसको राहुल बोलती है। ये तो एक बार ना, मैं एक बार आपको एक बात बताता हूँ। एक बार हमारे जलंधर में एक सेमिनार हो रहा था एस्ट्रोलॉजी का, तो वहाँ पे एक पंडित जी आए। उन्होंने एक बहुत ही अच्छी रिसर्च की। उन्होंने कहा कि जितने भी लोग आपकी ज़िंदगी में राहुल नाम के होंगे, सोनिया नाम के होंगे, एक आध नाम उन्होंने और भी लिया था, तो उनके बारे में उन्होंने एक बहुत ही अच्छा तथ्य दिया था। हमारे साथ कॉलर जुड़ चुके हैं, खैर उनसे बात करते हैं। हेलो जी। हेलो हेलो जी, नमस्कार। हाँ जी भाजी, सत श्री अकाल जी। सत श्री अकाल जी। ਭਾਜੀ ਆਪਦੀ ਵਾਈਫ ਬਾਰੇ ਪੁੱਛਣਾ ਸੀਗਾ। ਜਰੂਰ ਜੀ ਜਰੂਰ। ਉਹਨਾਂ ਦਾ ਨਾਂ, ਡੇਟ ਆਫ ਬਰਥ, ਟਾਈਮ ਆਫ ਬਰਥ ਜੋ ਵੀ ਹੈਗਾ ਦੇ ਦਿਓ ਭਾਜੀ। ਉਹਨਾਂ ਦਾ ਹੈ ਡੇਟ ਆਫ ਬਰਥ 13 ਜਨਵਰੀ 1982। 13 जनवरी 82 82। अच्छा, 13 जनवरी 1982। ਟਾਈਮ ਦਾ ਨਹੀਂਗਾ ਪਤਾ ਕੀ ਹੈ। ਟਾਈਮ ਦਾ ਕੋਈ ਅੰਦਾਜ਼ਾ ਨਹੀਂ ਹੈਗਾ। ਤਰੀਕ ਸਹੀ ਆ ਕਿ ਇਹ ਵੀ ਗੱਲ, ਇਹਦਾ ਵੀ ਕੋਈ ਅੰਦਾਜ਼ਾ ਨਹੀਂ ਹੈਗਾ ਵੀ ਇਹ ਪਾਸਪੋਰਟ ਵਾਲੀ ਹੈ? ਤਰੀਕ ਸਹੀ ਆ। ਤਰੀਕ ਸਹੀ ਆ। ਜਨਮ ਕਿਹੜੀ ਜਗ੍ਹਾ ਹੋਇਆ ਇਹਨਾਂ ਦਾ? ਇਹਨਾਂ ਦਾ ਪੰਜਾਬ ਚ ਮੋਗੇ ਚ ਆ। ਮੋਗਾ ਪੰਜਾਬ। ठीक है जी, मोगे वालों देखते हैं जे कोई टाइम, जे तरीक सही हुई तो कुछ ना कुछ जरूर मिलूगा। जे नहीं तरीक सही हुई तो फिर आप कितने शायद नहीं पहुँचांगे, क्योंकि आखिरी का समा चल रहा है। मैं तो ना ब्रेक प्रोग्राम खत्म होने तो बाद भी गल करूँगा। प्रिय दर्शकों, मेरा और आपका साथ शायद यहीं तक है। मैं आपसे रूबरू होऊंगा शुक्रवार के फ्राइडे के दिन दोपहर 12 बजे से लेके 2 बजे तक। और आप MATV देखते रहें। अगर आप मेरे साथ मिलना चाहते हैं, लंदन में मिलना चाहते हैं, तो आप फीडबैक नंबर पे आप बात कर सकते हैं और जान सकते हैं कब आप मिल सकते हैं। आपसे मिलूंगा फ्राइडे के दिन।